ਗੁਰੂ ਗੁਰੂ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਸ਼੍ਰੀ ਹਰਿਗੋਬਿੰਦ ਸੁਮਤਿ ਪ੍ਰਕਾਸ਼ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਮੰਨੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਵਾਹਿਗੁਰੂ ਜੀ ਕੀ ਫਤਿਹ ਹੈ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋ ਦੋਹਰਾ ਇਸ ਪ੍ਰਕਾਰ ਰਣ ਮਚ ਰਹਿਓ ਮੇਮੋ ਕਾਨ ਪਠਾਨਾ ਕਤ ਸ਼ਿਗਰਤਾ ਫਿਰਤ ਹੈ ਤਾਨੇ ਬਾਨ ਕਮਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਹਾਂ। ਜਿਸ ਵੇਲੇ ਪਹਾੜੀਆਂ ਦੇ ਕਹਿਣ 'ਤੇ ਸੈਂਟਰ ਸਰਕਾਰ ਨੇ ਔਰੰਗਜ਼ੇਬ ਨੇ ਸੈਦ ਖਾਨ ਪਠਾਨ ਨੂੰ ਜਰਨੈਲ ਬਣਾ ਕੇ ਤੇ ਹੋਰ ਨਾਲ ਛੋਟੇ ਅਨੇਕਾਂ ਜਰਨੈਲ ਦੇ ਕਰਕੇ 1.25 ਲੱਖ ਫੌਜ ਚੜ੍ਹਾਈ ਆ ਸ਼੍ਰੀ ਅਨੰਦਪੁਰ ਸਾਹਿਬ ਦੇ ਵੱਲ। ਸੂਈਆਂ ਨੇ ਆ ਕੇ ਦੱਸਿਆ, ਸਤਿਗੁਰਾਂ ਨੇ ਵੀ ਤਿਆਰੀ ਖਿੱਚੀ ਔਰ ਇੱਧਰ ਕਿੰਨੀ ਫੌਜ ਹੈ ਭਾਈ ਸਾਹਿਬ ਜੀ ਦੱਸਦੇ ਹਨ 500 ਸਿੰਘ, ਉਧਰ 1.25 ਲੱਖ। ਔਰ ਪਾਤਸ਼ਾਹ ਜੀ 500 ਸਿੰਘਾਂ ਨੂੰ ਲੈ ਕੇ ਤੇ 2 ਪਠਾਨ ਜਰਨੈਲ ਹੈ ਪਾਤਸ਼ਾਹ ਜੀ ਦੇ ਕੋਲ। ਉਹਨਾਂ ਨੇ ਵੀ ਕਿਹਾ ਮਹਾਰਾਜ ਕਿਰਪਾ ਕਰੋ, ਅੱਜ ਅਸੀਂ ਵੀ ਆਹੂ ਲਾ ਕੇ ਦੇਖਾਂਗੇ, ਕਾਫੀ ਸਮੇਂ ਤੋਂ ਤੁਹਾਡੇ ਦਰ ਘਰ ਦਾ ਲੂਣ ਖਾ ਰਹੇ ਹਾਂ ਤੇ ਮਹਾਰਾਜ ਸਾਡੇ ਵੀ ਅੱਜ ਜੰਗ ਦੇ ਜੋਹਰ ਦੇਖਿਓ। ਤੇ ਪਾਤਸ਼ਾਹ ਨੇ ਬਖਸ਼ਾਂ ਕੀਤੀਆਂ, ਉਹਨਾਂ ਨੂੰ ਸ਼ਸਤਰ ਆਪਣੀ ਹੱਥੀਂ ਦਿੱਤੇ ਔਰ ਉਹਨਾਂ ਪਠਾਨਾਂ ਨੇ ਵਧੀਆ ਲੜਾਈ ਕੀਤੀ। ਔਰ ਇਸ ਤਰ੍ਹਾਂ ਮੁਗਲਾਂ ਦੀ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਵੱਢੀ ਗਈ ਹੈ। ਜਿਹੜਾ ਇਹਨਾਂ ਦਾ ਮੁਖੀ ਜਰਨੈਲ ਹੈ, ਵੱਡਾ ਜਰਨੈਲ ਹੈ, ਉਹ ਸੈਦ ਖਾਨ ਪਠਾਨ ਹੈ। ਤੇ ਗੁਰੂ ਪਿਆਰਿਓ, ਜਿਸ ਦੀ ਭੈਣ ਨੇ ਇਹਨੂੰ ਕਿਹਾ ਸੀਗਾ ਕਿ ਤੂੰ ਗੁਰੂ ਗੋਬਿੰਦ ਸਿੰਘ ਨੂੰ ਫੜਨ ਵਾਸਤੇ ਨਾ ਜਾ, ਉਹ ਕੋਈ ਦੁਸ਼ਮਣ ਨਹੀਂ ਹੈ, ਉਹ ਤਾਂ ਰੱਬ ਦਾ ਅੱਲਾ ਦਾ ਰੂਪ ਹੈ। ਪਰ ਇਹ ਕਹਿੰਦਾ ਨਹੀਂ ਮੈਂ ਤਾਂ ਜਾਊਂਗਾ। ਤਾਂ ਕਾਫੀ ਫੌਜ ਮਾਰੀ ਗਈ। ਇਹਨੇ ਵੇਖਿਆ ਵੀ ਸਿੰਘ ਇੰਨੇ ਕਿੰਨੇ ਕੁ ਹੈ ਜਿਹੜੇ ਹੋਰ ਆਈ ਜਾਂਦੇ ਹੈ, ਭਾਵ ਕਿ ਸਿੰਘ ਤਾਂ ਬਹੁਤ ਘੱਟ ਸ਼ਹੀਦ ਹੁੰਦੇ ਹੈ। ਇੱਕ ਇੱਕ ਸਿੰਘ ਹਜ਼ਾਰਾਂ ਦੀ ਗਿਣਤੀ ਵਿੱਚ ਫੌਜਾਂ ਨੂੰ ਲੰਮੀਆਂ ਪਾ ਦਿੰਦਾ ਹੈ। ਸੈਦ ਖਾਨ ਅੱਗੇ ਵੱਧਦਾ ਹੈ ਤੇ ਗੁਰੂ ਸਾਹਿਬ ਦੇ ਸੁੰਦਰ ਸਰੂਪ ਨੂੰ ਦੇਖਦਾ ਹੈ। ਜੋ ਉਸ ਨੇ ਦੇਖਿਆ ਹੈ ਉਹ ਭਾਈ ਸੰਤੋਖ ਸਿੰਘ ਨੇ ਆਪਣੀ ਕਵਿਤਾ ਦੇ ਵਿੱਚ, ਛੰਦਾਬੰਦੀ ਦੇ ਵਿੱਚ ਸੁੰਦਰਤਾ ਸਤਿਗੁਰਾਂ ਦੀ ਜ਼ਾਹਰ ਕੀਤੀ ਹੈ।
ਔਰ ਇਹ ਸੈਦ ਖਾਨ ਪਠਾਨ ਲੜਨ ਵਾਸਤੇ ਆ ਰਹੇ ਆ। ਪਿੱਛੋਂ ਇਸ ਨੇ ਮਨ ਵਿੱਚ ਇੱਕ ਫੁਰਨਾ ਬਣਾਇਆ ਸੀਗਾ ਵੀ ਗੁਰੂ ਸਾਹਿਬ ਐਵੇਂ ਲੋਕਾਂ ਦੇ ਪੁੱਤ ਮਰਵਾਈ ਜਾਂਦਾ, ਮੇਰੇ ਨਾਲ ਆਪ ਦੋ ਹੱਥ ਕਰੇ। ਤੇ ਮੇਰੇ ਪ੍ਰੀਤਮ ਨੇ ਵੀ ਸੁਣ ਲਿਆ, ਭਾਵ ਸਮਝ ਲਿਆ, ਭਾਵ ਅੰਤਰਜਾਮਤਾ ਦੇ ਨਾਲ। ਤੇ ਪਾਤਸ਼ਾਹ ਵੀ ਆਪਣੀ ਫੌਜ ਚੋਂ ਅੱਗੇ ਆ ਗਏ, ਜੋ ਕਿ ਪਹਿਲਾਂ ਪਿੱਛੇ ਆਪਾਂ ਪੜ੍ਹਿਆ ਜਦੋਂ ਜੰਗ ਚੱਲ ਰਹੀ ਹੈ। ਤੇ ਪਾਤਸ਼ਾਹ ਇੱਕ ਰੌੜੀ ਤੇ ਭਾਵ ਇੱਕ ਪਹਾੜੀ ਤੇ ਬੈਠੇ ਆ, ਟਿੱਬੀ ਤੇ ਉੱਚੇ ਥਾਂ ਤੇ ਬੈਠੇ ਜੰਗ ਨੂੰ ਦੇਖ ਰਹੇ ਆ। ਕਦੇ ਕਦੇ ਇੱਕ ਅੱਧਾ ਤੀਰ ਵੀ ਚਲਾ ਦਿੰਦੇ ਆ। ਹੁਣ ਇਹ ਸੈਦ ਖਾਨ ਆਇਆ ਸਾਹਮਣੇ, ਤੇ ਗੁਰੂ ਸਾਹਿਬ ਇਸ ਤੇ ਕਿਵੇਂ ਕਿਰਪਾ ਕਰਦੇ ਆ, ਸ਼ਸਤਰਾਂ ਨਾਲ ਜਾਂ ਕਿਰਪਾ ਦ੍ਰਿਸ਼ਟੀ ਨਾਲ, ਇਹ ਆਪਾਂ ਹੁਣ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਇਸ ਗੁਰਕਾਰ ਰਣ ਮਚ ਰਹੋ ਮੇਮੂ ਖਾਨ ਪਠਾਨ। ਇਸ ਤਰ੍ਹਾਂ ਗੁਰੂ ਪਿਆਰੋ ਜੰਗ ਦੇ ਮੈਦਾਨ ਵਿੱਚ ਇਹਦਾ ਜਰਨੈਲ ਹੈ ਮੇਮੂ ਖਾਨ ਪਠਾਨ, ਜਿਹੜਾ ਜੰਗ ਦੇ ਵਿੱਚ ਸਿੰਘਾਂ ਦੇ ਨਾਲ ਜੰਗ ਕਰ ਰਿਹਾ ਜੀ। ਔਰ ਆਪਣੇ ਹੱਥ ਵਿੱਚ ਲੈ ਕਰਕੇ ਕਮਾਨ ਜਿਹੜਾ ਹੈ ਘੁੰਮਦਾ ਫਿਰਦਾ ਘੋੜੇ ਤੇ ਚੜ੍ਹ ਕੇ। ਤੇ ਮੇਮੂ ਖਾਨ ਪਠਾਨ ਤੇ ਇੱਕ ਦੀਨਾ ਬੇਗ, ਇਹ ਦੋ ਪਠਾਨ ਜਿਹੜੇ ਸਨ ਗੁਰੂ ਕੀ ਹਜ਼ੂਰੀ ਵਿੱਚ ਸਨ। ਇਹਨਾਂ ਨੇ ਗੁਰੂ ਪਿਆਰਿਓ ਸਤਿਗੁਰਾਂ ਦੇ ਵੱਲੋਂ ਲੜਾਈ ਕੀਤੀ ਹੈ ਔਰ ਬੇਅੰਤ ਪਠਾਨਾਂ ਦੀ ਫੌਜ ਨੂੰ ਨੇਸਤੋ ਨਬੂਤ ਕਰਤਾ ਹੈ। ਔਰ ਗੁਰੂ ਸਾਹਿਬ ਨੂੰ ਇਹ ਆਪਣੇ ਜੰਗ ਦੇ ਜੌਹਰ ਵਿਖਾਉਂਦਾ ਹੈ, ਕਿਉਂਕਿ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਜਿਹੜਾ ਹੈ ਜੰਗ ਕਰਦੇ ਹੈ। ਤੇ ਜੇ ਗੁਰੂ ਦੀ ਨਜ਼ਰ ਸਵੱਲੇ ਪੈ ਗਈ ਤੇ ਫਿਰ ਵਾਰੇ ਨਿਆਰੇ ਕਰਦੇ ਨੇ। ਇਸ ਕਰਕੇ ਜੰਗ ਦੇ ਮੈਦਾਨ ਵਿੱਚ ਕੁੱਦਣ ਵਾਲੇ ਸਿੰਘ ਜਾਂ ਜੋ ਗੁਰੂ ਕੀਆਂ ਫੌਜਾਂ ਵਿੱਚ ਭਰਤੀ ਹੁੰਦੇ ਨੇ, ਉਹ ਸਾਰੇ ਬਸ ਇੱਕ ਵਾਰੀ ਗੁਰੂ ਦੀ ਮੁਸਕਰਾਹਟ ਵੇਖਣੀ ਚਾਹੁੰਦੇ ਹੈ। ਸਾਡੇ ਵੱਲ ਦੇਖ ਕੇ ਗੁਰੂ ਹੱਸ ਪਵੇ, ਕਿਰਪਾ ਕਟਾਖੇ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ, ਸਾਰੇ ਦੁੱਖਾਂ ਦਾ ਹੀ ਨਾਸ ਹੋ ਜਾਵੇ। ਇਸ ਤਰ੍ਹਾਂ ਬੜੀ ਬਹਾਦਰੀ ਦੇ ਨਾਲ ਇਹ ਜੰਗ ਕਰ ਰਿਹਾ ਹੈ। ਔਰ ਇਸ 1.25 ਲੱਖ ਫੌਜ ਦਾ 1 ਲੱਖ ਫੌਜ ਦਾ ਜਿਹੜਾ ਹੈ ਜਰਨੈਲ, ਉਹ ਸੈਦ ਖਾਨ ਪਠਾਨ ਹੈ, ਵੱਡਾ ਜਰਨੈਲ। ਆਇਆ ਤਾਂ ਜੰਗ ਕਰਨ ਸੀਗਾ, ਗੁਰੂ ਸਾਹਿਬ ਨੂੰ ਫੜਨ ਆਇਆ ਸੀ। ਪਾਨਾਂ ਦਾ ਬੀੜਾ ਖਾ ਕੇ, ਮੂੰਹ ਵਿੱਚ ਪਾ ਕੇ ਪਾਨਾਂ ਦਾ ਬੀੜਾ ਤੇ ਨੰਗੀ ਤਲਵਾਰ ਚੱਕ ਕੇ ਭਰੀ ਸਭਾ 'ਚੋਂ ਚੱਲਿਆ ਸੀ, ਮੈਂ ਫੜ ਕੇ ਲਿਆਉਂਗਾ। ਪਰ ਆਉਂਦਿਆਂ ਆਉਂਦਿਆਂ ਆਪਣੀ ਭੈਣ ਦੇ ਕੋਲ ਰੁਕ ਗਿਆ ਤੇ ਭੈਣ ਨੇ ਇਸ ਨੂੰ ਚੰਗਾ ਸਮਝਾਇਆ। ਪਹਿਲਾਂ ਵੀ ਇਹਨੇ ਗੁਰੂ ਸਾਹਿਬ ਦੀ ਸਿਫਤਾਂ ਸੁਣੀਆਂ ਸੀ, ਹੁਣ ਆਉਂਦਿਆਂ ਆਉਂਦਿਆਂ ਇਹਦਾ ਦਿਮਾਗ ਬਦਲ ਗਿਆ। ਗੁਰੂ ਨੇ ਕਿਰਪਾ ਕੀਤੀ, ਕਿਉਂਕਿ ਸਤਿਗੁਰੂ ਹੁਕਮ ਦੇ ਨਾਲ ਹੀ ਸਾਰੀ ਸ੍ਰਿਸ਼ਟੀ ਨੂੰ ਚਲਾਉਂਦਾ। ਹੁਕਮ ਹੀ ਹੁਕਮ ਚਲਾਏ ਰਾਹੋ, ਕਿਸੇ ਨੂੰ ਹੁਕਮ ਦੇ ਕੇ ਲੜਾ ਦਿੰਦਾ, ਕਿਸੇ ਨੂੰ ਹੁਕਮ ਦੇ ਕੇ ਮਨਾ ਲੈਂਦਾ। ਇਹਦੇ ਅੰਦਰ ਵੀ ਪਤਾ ਨਹੀਂ ਕੀ ਪਾਤਸ਼ਾਹ ਨੇ ਕਿਰਪਾ ਕੀਤੀ, ਇਹਦੇ ਅੰਦਰ ਗੁਰੂ ਪ੍ਰਤੀ ਪ੍ਰੇਮ ਪੈਦਾ ਹੋਇਆ ਹੈ। ਇਹਨੇ ਗੁਰੂ ਸਾਹਿਬ ਦੀਆਂ ਸਿਫਤਾਂ ਪਹਿਲਾਂ ਸੁਣੀਆਂ ਸੀ ਆਪਣੇ ਸਿਪਾਹੀਆਂ ਕੋਲੋਂ ਜਾਂ ਪਹਾੜੀਆਂ ਕੋਲੋਂ ਵੀ ਇੱਦਾਂ ਦੇ ਹਨ, ਪਰ ਹਜੇ ਦਰਸ਼ਨ ਨਹੀਂ ਸੀ ਕੀਤੇ ਜੀ। ਔਰ ਸਤਿਗੁਰੂ ਗੁਣਾਂ ਦੇ ਖਜ਼ਾਨੇ ਚਤਰ, ਬੜੇ ਹੀ ਸਿਆਣੇ, ਸਰਬ ਕਲਾ ਸਮਰੱਥ, ਤਨ ਰੂਰੇ ਸੁੰਦਰ ਸਰੀਰ ਵਾਲੇ, ਅਨੇਕਾਂ ਗੁਣਾਂ ਦੀ ਖਜ਼ਾਨ। ਜਨ ਜਗ ਕੀ ਸੁੰਦਰਤਾ ਜੋਰੀ, ਤੇਰੇ ਬਿਦ ਵਿਦਨ ਕੀ ਵਿਦੇ ਬਟੋਰੀ। ਸਤਿਗੁਰੂ ਪਾਤਸ਼ਾਹ ਜੀ ਦਾ ਸੁੰਦਰ ਸਰੂਪ ਜਿਹੜਾ ਹੈ, ਸਰੀਰ ਜਿਹੜਾ ਹੈ, ਮਾਨੋ ਦੁਨੀਆ ਭਰ ਦੀ ਸੁੰਦਰਤਾ ਪਰਮੇਸ਼ਰ ਨੇ ਗੁਰੂ ਗੋਬਿੰਦ ਸਿੰਘ ਨੂੰ ਬਖਸ਼ ਦਿੱਤੀ ਹੈ। ਜਿਵੇਂ ਕਿਸੇ ਵੇਲੇ ਦੁਨੀਆ ਦੁਆਪਰ ਯੁੱਗ ਦੇ ਅਵਤਾਰ ਕ੍ਰਿਸ਼ਨ ਨੂੰ ਬਹੁਤ ਸੁੰਦਰ ਕਹਿੰਦੇ ਸੀ, ਔਰ ਸਾਰਾ ਬਿੰਦਰਾਵਨ ਮਥੁਰਾ ਦੀਆਂ ਸੰਗਤਾਂ, ਕਿਆ ਮਨੁੱਖ ਕਿਆ ਬੀਬੀਆਂ, ਸਾਰੇ ਉਹਨਾਂ ਤੋਂ ਬਲਿਹਾਰੇ ਜਾਂਦੇ ਸੀ, ਵਾਰੇ ਜਾਂਦੇ ਸੀ।
ਇਸੇ ਤਰ੍ਹਾਂ ਹੀ ਅੱਜ ਭਾਈ ਸੰਤੋਖ ਸਿੰਘ ਕਵੀ ਸੈਦ ਖਾਨ ਨੇ ਜੋ ਦੇਖਿਆ ਹੈ ਕਿ ਵਾਕਿਆ ਹੀ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਜਿਹੋ ਜਿਹਾ ਮੈਂ ਲੋਕਾਂ ਕੋਲੋਂ ਸੁੰਦਰਤਾ ਬਾਰੇ ਸੁਣਿਆ ਸੀ, ਵਾਕਿਆ ਹੀ ਮਾਤੇ ਵਿਚਾਰ ਚਾਰ ਚਤੁਰਾਈ ਮੂਰਤ ਗੁਰ ਦੀ ਕੀਤ ਬਣਾਈ। ਚਾਰ ਕਹਿੰਦੇ ਆ, ਚਾਰ ਮੂੰਹਾਂ ਵਾਲਾ ਬ੍ਰਹਮਾ। ਕਹਿੰਦੇ ਬ੍ਰਹਮਾ ਨੇ ਮਾਨੋ ਸਾਰਾ ਜ਼ੋਰ ਲਾ ਕੇ ਇਸ ਗੁਰੂ ਗੋਬਿੰਦ ਸਿੰਘ ਜੀ ਦਾ ਸੁੰਦਰ ਸਰੀਰ ਘੜਿਆ ਹੋਣਾ। ਕਹਿੰਦੇ ਆ ਵੀ ਬ੍ਰਹਮਾ ਜਿਹੜਾ ਉਹ ਸਰੀਰ ਤਿਆਰ ਕਰਦਾ, ਪਰਮੇਸ਼ਰ ਆਪਣੀਆਂ ਰੂਹਾਂ ਵਿੱਚ ਰੱਖਦਾ। ਤੋ ਕਵੀਆਂ ਨੇ ਉਸੇ ਤਰ੍ਹਾਂ ਹੀ ਆਪਣਾ ਵਰਣਨ ਕੀਤਾ ਹੈ ਕਿ ਮਾਨੋ ਬ੍ਰਹਮਾ ਨੇ ਸਾਰਾ ਜ਼ੋਰ ਲਾ ਦਿੱਤਾ ਹੋਣਾ ਗੁਰੂ ਗੋਬਿੰਦ ਸਿੰਘ ਜੀ ਦਾ ਸੁੰਦਰ ਸਰੂਪ ਤਿਆਰ ਕਰਨ ਲਈ। ਮਾਨੋ ਦਿਖਾਵਨ ਨਿਜ ਨਿਪਨਾਈ ਗੁਰੂ ਤਨ ਰਤ ਤਿਸ ਕੀਰਤ ਪਾਈ। ਨਿਪੁੰਨਤਾ, ਕਿਸੇ ਕੰਮ ਦੇ ਵਿੱਚ 100% ਕਾਮਯਾਬ ਹੋਣਾ, ਉਹਨੂੰ ਕਹਿੰਦੀ ਹੈ ਨਿਪੁੰਨਤਾ। ਮਾਨੋ ਬ੍ਰਹਮਾ ਨੇ ਕਹਿੰਦੇ ਆਪਣੀ ਨਿਪੁੰਨਤਾ ਹੀ, ਆਪਣੀ ਜਿਹੜੀ ਹੈ ਆਪਣੇ ਕੰਮ ਦੇ ਵਿੱਚ ਜਿਹੜੀ ਹੈ ਹਰ ਪੱਖ ਤੋਂ ਜਿਹੜਾ ਹੈ ਗਿਆਨ ਪੱਖ ਹੋਣਾ, ਇਹ ਬ੍ਰਹਮਾ ਮਾਨੋ ਗੁਰੂ ਗੋਬਿੰਦ ਸਿੰਘ ਜੀ ਦੇ ਸੁੰਦਰ ਸਰੀਰ ਨੂੰ ਬਣਾ ਕੇ ਦਿਖਾਉਂਦਾ ਹੈ ਕਿ ਮੇਰੇ ਅੰਦਰ ਕਿੰਨੀ ਨਿਪੁੰਨਤਾ ਹੈ ਸ੍ਰਿਸ਼ਟੀ ਸਾਜਣ ਦੀ। ਪਰਮਾ ਬਤਰਿਆ ਕਿਤ ਵਿੱਚ ਡੋਰੀ ਖੰਜਨ ਮਨ ਰੰਜਨ ਕਿਤ ਚੂਰੀ। ਜਿਨ੍ਹਾਂ ਦੇ ਸੁੰਦਰ ਨੇਤਰ ਕਮਲ ਦੇ ਪੱਤਰ ਵਰਗੇ, ਜਿਸ ਤਰ੍ਹਾਂ ਕਮਲ ਦਾ ਪੱਤਰ ਇੱਦਾਂ ਚੌੜਾ ਹੁੰਦਾ, ਕਮਲ ਦਾ ਫੁੱਲ ਹੁੰਦਾ, ਫੁੱਲ ਦੀਆਂ ਜਿਹੜੀਆਂ ਪੱਤੀਆਂ ਹੁੰਦੀਆਂ, ਉਹਨਾਂ ਪੱਤੀਆਂ ਦੀ ਨਿਆਈ ਮੋਟੇ ਮੋਟੇ ਚੌੜੇ ਸੁੰਦਰ ਸਤਿਗੁਰਾਂ ਦੇ ਨੇਤਰ ਅਤੇ ਉਹਨਾਂ ਦੇ ਵਿੱਚ ਕਾਲੇ ਡੋਰੇ। ਬਲੋਚਨ ਵਾਲੀ ਬਣਾਈ ਮੀਨ ਮਰਟਿਆ ਜਿਤ ਗੁਣ ਪਾਈ। ਔਰ ਖੰਜਨ ਮਨ ਰੰਜਨ ਕੀ ਹੁੰਦਾ ਹੈ? ਮਨ ਨੂੰ ਮੋਹ ਲੈਣ ਵਾਲੇ। ਜਿਹੜਾ ਮਨੋਰੰਜਨ ਸ਼ਬਦ ਬਣਿਆ ਨਾ, ਇਸੇ ਤੋਂ ਬਣਿਆ। ਜੋ ਅਸੀਂ ਮਨੋਰੰਜਨ ਕਰਦੇ ਹਾਂ, ਉਹ ਮਨੋਰੰਜਨ ਜਿਹੜਾ ਹੈ ਸਾਡੇ ਮਨ ਨੂੰ ਕਾਬੂ ਕਰ ਲੈਂਦਾ, ਅਸੀਂ ਉੱਥੇ ਖੜ ਜਾਂਦੇ ਹਾਂ, ਉਹਨੂੰ ਅਸੀਂ ਕਹਿੰਦੇ ਹਾਂ ਮਨੋਰੰਜਨ। ਅਤੇ ਇੱਥੇ ਵੀ ਭਾਈ ਸਾਹਿਬ ਨੇ ਸ਼ਬਦ ਵਰਤਿਆ ਹੈ ਕਿ ਮਨ ਨੂੰ ਮੋਹ ਲੈਣ ਵਾਲੇ, ਖੰਜਨ ਚਿੱਤ ਚੋਰੇ, ਸਾਡੇ ਚਿੱਤ ਨੂੰ ਚਰਾ ਲੈਣ ਵਾਲੇ ਗੁਰੂ ਦੇ ਸੋਹਣੇ ਨੈਣ, ਰੁਚਲ ਬਿਲੋਕਣ ਭਲੇ ਬਣਾਏ। ਵੇਖਣ ਵਾਲਾ ਜੋ ਵਿੱਚ ਉਸ ਦੇ ਗੁਰੂ ਪਿਆਰਿਓ ਨੇਤਰ ਦੇ ਵਿੱਚ ਵੇਖਣ ਵਾਲਾ ਪੁਆਇੰਟ ਹੈ ਜਿਹੜਾ, ਕਹਿੰਦੇ ਉਸ ਦੀ ਕਿਆ ਗੱਲ ਹੈ, ਜਿਵੇਂ ਮੱਛੀ ਪਲਟ ਆਦਿ ਗੁਣ ਪਾਏ। ਜਿਵੇਂ ਮੱਛੀ ਦੇ ਵਿੱਚ ਇਹ ਗੁਣ ਹਨ। ਮੱਛੀ ਦੀ ਅੱਖ ਬੜੀ ਤੇਜ਼ ਹੈ ਗੁਰੂ ਪਿਆਰਿਓ, ਕਿਸੇ ਦੇ ਹੱਥ ਨਹੀਂ ਆਉਂਦੀ। ਸਤਿਗੁਰ ਦਾ ਨੇਤਰ ਬੜਾ ਤੇਜ਼ ਹੈ। ਕਹਿੰਦੇ ਮੁਖ ਮੰਡਲ ਕਿਆ ਪਰਾਚੰਦ ਬਦੋਸ਼ਣ ਤੇਜੀ ਸਤਮੰਦ। ਕੱਲ ਆਪਾਂ ਇੱਥੇ ਵਿਚਾਰਾਂ ਛੱਡੀਆਂ ਸੀਗੀਆਂ, ਜੇ ਸਤਿਗੁਰ ਦੇ ਸਰੂਪ ਦੀ ਗੱਲ ਕਰੀਏ ਤੇ ਚੰਦਰਮਾ ਤਾਂ ਇਹਨਾਂ ਦੇ ਸਾਹਮਣੇ 1% ਵੀ ਨਹੀਂਗਾ। ਹੁਣ ਤਾਂ ਕਲੰਕ ਲੱਗੇ ਹੋਏ ਆ, ਪਰ ਮੇਰਾ ਪ੍ਰੀਤਮ ਤਾਂ ਨੇ ਕਲੰਕ ਹੈ। ਅੰਕ ਨਾ ਕੋਈ ਕਮਲ ਕਉ ਕਿਮ ਸਮਤਾ ਹੋਈ। ਤਾਂ ਕਿਸੇ ਵੀ ਅੰਗ ਦੇ ਵਿੱਚ ਕਿਸੇ ਤਰ੍ਹਾਂ ਦੀ ਘਾਟ ਨਹੀਂ ਹੈ, ਸਦਾ ਪ੍ਰਫੁੱਲਤ ਅੰਕ ਨਾ ਕੋਈ ਵੀ ਅੰਗ ਜਿਹੜਾ ਹੈ ਉਹ ਕਿਸੇ ਪੱਖ ਤੋਂ ਘਾਟ ਨਹੀਂ ਹੈ। ਸਾਰੇ ਅੰਗ ਜਿਹੜੇ ਹਨ ਪ੍ਰਫੁੱਲਤ ਹਨ। ਕਮਲ ਕਹੋ ਕਿਮ ਸਮਤਾ ਹੋਈ। ਭਾਈ ਸਾਹਿਬ ਜੀ ਫਿਰ ਕਹਿੰਦੇ ਮੈਂ ਕਮਲ ਦੇ ਫੁੱਲਾਂ ਨਾਲ ਨੇਤਰ ਦੀ ਬਰਾਬਰੀ ਕਰਕੇ ਵੀ ਛੋਟਾ ਕਹਿ ਦਿੱਤਾ, ਉਹ ਤਾਂ ਇਦੋਂ ਵੀ ਸੋਹਣੇ ਐ। ਕੌਣ ਕੌਣ ਗੁਣ ਵਰਨੋ ਅਵੈ ਸੁਜਤ ਕਹਿਤ ਜੋ ਘਰ ਘਰ ਸਬੈ। ਜਿਨ੍ਹਾਂ ਦੀ ਅੱਜ ਘਰ ਘਰ ਦੇ ਵਿੱਚ ਸ਼ੋਭਾ ਹੋ ਰਹੀ ਹੈ। ਸਤਿਗੁਰਾਂ ਦਾ ਕਈ ਵਾਰੀ ਫੋਟੋ ਵੇਖੀਏ ਨਾ, ਸਰੂਪ ਦੇਖੀਏ, ਤੇ ਉਹਨੂੰ ਵੇਖ ਕੇ ਐਂ ਲੱਗਦਾ ਵੀ ਯਾਰ ਇੰਨੇ ਸੁੰਦਰ ਹੋਣਗੇ। ਤੇ ਜਿਨ੍ਹਾਂ ਨੇ ਉਹਨਾਂ ਨੂੰ ਉਸ ਵੇਲੇ ਸਾਖਿਅਤ ਵੇਖਿਆ, ਉਹਨਾਂ ਤਾਂ ਮਨ ਮੋਹਿਆ ਗਿਆ ਹੋਣਾ। ਕੋਈ ਸਤਨਾਮ। ਅੱਜ ਉਹਨਾਂ ਦੇ ਸਰੂਪ ਨੂੰ ਦੇਖ ਕੇ ਵੀ ਜਿਹੜਾ ਕਿ ਭਾਵੇਂ ਪੇਂਟਰਾਂ ਨੇ, ਕਲਾਕਾਰਾਂ ਨੇ, ਚਿੱਤਰਕਾਰਾਂ ਨੇ ਆਪਣੀ ਬੁੱਧੀ ਦੇ ਹਿਸਾਬ ਨਾਲ ਬਣਾਇਆ ਹੈ ਕਥਾ, ਕਿਉਂਕਿ ਉਹਨਾਂ ਦੀ ਕਲਮ ਚੱਲੀ ਹੈ। ਉਹਨਾਂ ਦੀਆਂ ਸਾਖੀਆਂ ਸੁਣ ਕੇ ਵੀ ਉਹ ਕਿਹੋ ਜਿਹੇ ਸੀਗੇ। ਤੋ ਸਾਖੀਆਂ 'ਚੋਂ, ਕਥਾਵਾਂ 'ਚੋਂ ਸੁਣ ਕੇ ਚਿੱਤਰਕਾਰਾਂ ਨੇ, ਪੇਂਟਰਾਂ ਨੇ ਉਸ ਤਰ੍ਹਾਂ ਦਾ ਆਕਿਰਤੀ ਵਿੱਚ ਹਾਵ ਭਾਵ ਭਰਨ ਦੀ ਕੋਸ਼ਿਸ਼ ਕੀਤੀ ਆ। ਇਸ ਕਰਕੇ ਉਹਨਾਂ ਦੇ ਸੁੰਦਰ ਚਿੱਤਰ ਨੂੰ ਦੇਖ ਕੇ, ਫੋਟੋ ਨੂੰ ਦੇਖ ਕੇ ਜੀ ਲੱਗਦਾ ਹੈਗਾ ਕਿ ਜਿਸ ਵੇਲੇ ਉਹ ਖੁਦ ਇੱਦਾਂ ਹੋਣਗੇ ਤੇ ਫਿਰ ਕਿੰਨੇ ਸੋਹਣੇ ਹੋਣਗੇ। ਭਾਈ ਸਾਹਿਬ ਜੀ ਕਹਿੰਦੇ ਕਿਹੜੇ ਕਿਹੜੇ ਗੁਣਾਂ ਦਾ ਵਰਣਨ ਕਰਾਂ ਜਿਨ੍ਹਾਂ ਦੀ ਅੱਜ ਘਰ ਘਰ ਸਿਫਤ ਹੋ ਰਹੀ ਹੈ। ਸਕਲ ਕਲਾ ਸਮਰਥ ਸਕਠਾਰ। ਇਹ ਤਾਂ ਸੀ ਕਿ ਨਾ ਉਹਨਾਂ ਦੇ ਸੁੰਦਰ ਸਰੀਰ ਦੀ ਬਾਹਰੀ ਬਣਾਵਟ ਦੇ ਬਾਰੇ ਮਹਿਮਾ,
ਹੁਣ ਅੰਦਰਲਾ ਪਾਸਾ ਸੂਖਮ ਸਰੀਰ ਦਾ ਵੇਖੀਏ, ਅੰਦਰਲਾ ਪਾਸਾ ਦੇਖੀਏ, ਕਰਾਮਾਤੀ ਪੱਖ ਤੋਂ ਕਾਮਲ। ਕਾਮਲ ਹੁੰਦਾ ਕੋਈ ਫਕੀਰ ਜਿਹੜਾ ਸਭ ਸ਼ਕਤੀਆਂ ਰੱਖਦਾ, ਜਿਹਦੇ ਹੱਥ ਵਿੱਚ ਸ੍ਰਿਸ਼ਟੀ ਦੀ ਬਾਗਡੋਰ ਹੁੰਦੀ ਹੈ। ਜਿਸ ਤਰ੍ਹਾਂ ਨਾਮਦੇਵ ਜੀ ਦੇ ਕੋਲ ਪਰਮੇਸ਼ਰ ਪ੍ਰਗਟ ਹੁੰਦੇ ਆ, ਜਦੋਂ ਉਹਨਾਂ ਨੂੰ ਸੰਗਲਾਂ ਨਾਲ ਬੰਨ੍ਹ ਕੇ ਬਿਠਾਇਆ, ਰਾਜੇ ਨੇ ਆ ਕੇ ਪੁੱਛਦੇ ਆ, ਕੀ ਗੱਲ ਹੈ ਭਗਤਾ, ਤੈਨੂੰ ਕਿਹਨੇ ਦੁੱਖ ਦਿੱਤਾ? ਹੱਥ ਬੰਨੀ ਖੜਾ ਬੈਠਾ ਨਾਮਦੇਵ। ਕਹੇ ਤਾਂ ਧਰਨੇ ਕੋਡੀ ਕਰੋ, ਧਰਤੀ ਮੁੱਧੀ ਮਾਰਦੇ ਆ। ਉਹ ਨਹੀਂ ਮਹਾਰਾਜ, ਕਹੇ ਤਾਂ ਲੈ ਕਰ ਉੱਪਰ ਤਰੋਂ ਲੈ ਜਾ ਮਾਰ ਕੇ ਸਾਰਿਆਂ ਨੂੰ, ਕਿਹਨੇ ਤੈਨੂੰ ਦੁੱਖ ਦਿੱਤਾ? ਨਹੀਂ ਮਹਾਰਾਜ, ਇਹਨਾਂ ਨੇ ਕੁਛ ਨਹੀਂ ਕਿਹਾ ਮੈਨੂੰ। ਕੋਈ ਸਤਨ ਫਿਰ ਰੌਲਾ ਕਾਹਦਾ ਹੈ? ਆ ਗਾਂ ਵਾਲੀ ਪੀਆ ਜਿਉਂਦੀ ਕਰਦਿਆਂ ਕਹਿੰਦੇ ਆ ਠੀਕ ਆ, ਉਹ ਬੱਚਾ ਭੁੱਖਾ ਰੰਭੀ ਜਾਂਦਾ ਕੱਲ ਦਾ। ਗਊ ਦੁਹਾਈ ਬਛੜਾ ਮੇਲ, ਇਹ ਮਾਂ ਪੁੱਤ ਨੂੰ ਇਕੱਠਾ ਕਰਦੇ, ਫਿਰ ਗਾਂ ਜਿਉਂਦੀ ਕਰਤੀ, ਬੱਚਾ ਛੱਡਿਆ ਗਿਆ, ਗਊ ਚੋਈ ਗਈ, ਰਾਜੇ ਨੂੰ ਦੁੱਧ ਵਿਖਾਇਆ ਗਿਆ। ਤੋ ਇਸ ਕਰਕੇ ਗੁਰੂ ਕੀ ਨਹੀਂ ਕਰ ਸਕਦਾ? ਗੁਰੂ ਦੇ ਸਾਧੂ, ਗੁਰੂ ਦੇ ਸਿੱਖ, ਗੁਰੂ ਦੀਆਂ ਨਾਮ ਜਪਣ ਵਾਲੀਆਂ ਰੂਹਾਂ, ਗੁਰੂ ਪਿਆਰਿਓ ਭਗਤ ਰੂਹ ਦੀ ਤਰ੍ਹਾਂ ਧਰਤੀ ਨੂੰ ਬੰਨ੍ਹ ਕੇ ਖੜਾ ਸਕਦੀਆਂ। ਭੱਜਦੇ ਹੋਏ ਜਾਨਵਰ, ਪਸ਼ੂ ਪੰਛੀ ਮਨੁੱਖ ਖੜ ਜਾਣ, ਤੇ ਖੜੇ ਹੋਏ ਦਰਖਤ ਜਿਹੜੇ ਉਹ ਚਿਉਣ ਲੱਗ ਜਾਣ, ਰਸਾ ਨਿਕਲਣ ਲੱਗਦੇ ਉਹਨਾਂ 'ਚੋਂ। ਇੰਨੀ ਸ਼ਕਤੀ ਪਰਮੇਸ਼ਰ ਦੇ ਪਿਆਰਿਆਂ 'ਚ ਹੁੰਦੀ ਹੈ। ਪਰ ਇੱਥੇ ਤਾਂ ਗੁਰੂ ਗੋਬਿੰਦ ਸਿੰਘ ਦੀ ਗੱਲ ਕਰ ਰਹੇ ਹਾਂ, ਜਿਹੜੇ ਖੁਦ ਪਰਮੇਸ਼ਰ ਹੈ। ਕਰਾਮਾਤ ਕਾਮਲ ਜਗ ਜਾਹਰ, ਜਿਨ੍ਹਾਂ ਦੀਆਂ ਕਰਾਮਾਤੀ ਸ਼ਕਤੀਆਂ ਜਗ ਜਾਹਰ ਹਨ, ਦੁਨੀਆ ਜਾਣਦੀ ਹੈ। ਸਕਲ ਕਲਾ ਸਮਰੱਥ ਸੁਖ ਠਾਹਰ, ਜਿਹੜੇ ਸੁੱਖਾਂ ਦੇ ਖਜ਼ਾਨੇ ਤੇ ਸਾਰੀਆਂ ਸ਼ਕਤੀਆਂ ਦੇ ਮਾਲਕ ਠਾਹਰ ਹੁੰਦੇ ਆ, ਜਿਨ੍ਹਾਂ ਦੇ ਵਿੱਚ ਸਭ ਕੁਝ ਹੈ। ਸਹਿਜ ਖਾਨ ਸੁਨ ਸੁਨ ਗੁਣ ਗੁਣ ਕੋ, ਚਾਹਤ ਵਿਖਿਓ ਪ੍ਰੇਮ ਕਰ ਮਨ ਕੋ। ਕਹਿੰਦੇ ਸੈਦ ਖਾਨ ਚੱਲਿਆ ਦਾ ਸੀਗਾ ਜਿਸ ਵੇਲੇ ਰਾਜੇ ਨੇ ਕਿਹਾ ਸੀ, ਓਏ ਹੈ ਸੋਡੇ 'ਚੋਂ ਕੋਈ ਜਰਨੈਲ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮਰਿਆ ਫੜ ਕੇ ਲਿਆਵੇ ਸਾਡੇ ਕੋਲ। ਤੇ ਸਾਰੇ ਲਗਭਗ ਡਰਦੇ ਸਨ। ਤੇ ਫਿਰ ਉਸ ਵੇਲੇ ਸੈਦ ਖਾਨ ਉੱਠਿਆ, ਆਪਣੀ ਜਵਾਨੀ ਦੇ ਬੜਾ ਮਾਣ ਸੀਗਾ, ਖੜਾ ਹੋ ਗਿਆ। ਰਾਜਾ ਸਾਹਿਬ ਹੁਕਮ ਦਿਓ। ਕਹਿੰਦੇ ਜਾ ਫਿਰ, ਮੋਲ ਕਿੰਨੀ ਫੌਜ ਚਾਹੀਦੀ ਹੈ? ਉਸ ਨੇ 1 ਸਵਾ ਲੱਖ ਫੌਜ ਦੇ ਦਿੱਤੀ। ਚਾਕਾ ਪਾਨਾਂ ਦਾ ਬੀੜਾ ਪਾ ਮੂਛ, ਭਾਵ ਮੌਤ ਨੂੰ ਪ੍ਰਵਾਨ ਕਰ। ਕਿਸੇ ਪਾਸੇ ਕਿਸੇ ਨੂੰ ਮਾਰਨ ਚੱਲੇ ਆ ਤਾਂ ਐ ਸਮਝੋ ਕਿ ਮੇਰੀ ਵੀ ਮੌਤ ਹੋ ਸਕਦੀ ਹੈ। ਜੋ ਤੋਂ ਪ੍ਰੇਮ ਖੇਲਣ ਕਾ ਸਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਤਾਂ ਇਸ ਤਰ੍ਹਾਂ ਉਹਨੇ ਪਾਨਾਂ ਦਾ ਬੀੜਾ ਮੂੰਹ 'ਚ ਪਾਇਆ, ਨੰਗੀ ਤਲਵਾਰ ਚੱਕੀ ਆ, ਔਰ ਮਿਆਨ ਦੇ ਵਿੱਚ ਪਾ ਕੇ ਚਾਲੇ ਪਾਏ ਆ। ਘਰੋਂ ਤੁਰੇ ਅਸੀਂ ਫੜਨ ਵਾਸਤੇ, ਪਰ ਆਉਂਦਿਆਂ ਸਤਿਗੁਰ ਨੇ ਉਹਦਾ ਦਿਮਾਗ ਹੀ ਬਦਲ ਦਿੱਤਾ। ਹੁਣ ਉਹ ਸਤਿਗੁਰਾਂ ਦੀਆਂ ਪੁਰਾਣੀਆਂ ਸਿਫਤਾਂ, ਉਹਨਾਂ ਦੇ ਗੁਣ ਯਾਦ ਆਉਣ ਲੱਗੇ। ਕੁਝ ਬੇਬੇ ਕੋਲੇ, ਆਪਣੀ ਭੈਣ ਕੋਲੇ ਰੁਕਿਆ, ਤੇ ਭੈਣ ਨੇ ਉਸ ਨੂੰ ਗੁਰੂ ਸਾਹਿਬ ਦੀ ਮਹਿਮਾ ਹੀ ਇੰਨੀ ਸੁਣਾ ਦਿੱਤੀ ਕਿ ਉਹਦੀ ਦਿਮਾਗ ਬੁੱਧੀ ਹੀ ਬਦਲ ਗਈ। ਜਦੋਂ ਪਰਮੇਸ਼ਰ ਕਿਰਪਾ ਕਰਦਾ ਉਦੋਂ ਵੀ ਮੱਤ ਬਦਲਦਾ, ਤੇ ਜਦੋਂ ਇਹਨੂੰ ਸਜ਼ਾ ਦਿਵਾਉਣੀ ਹੁੰਦੀ ਆ ਉਦੋਂ ਵੀ ਮੱਤ ਮਾਰਦਾ। ਕਹੋ ਸਤਿਨਾਮ। ਲੱਤ ਨਹੀਂ ਮਾਰਦਾ, ਬੰਦੇ ਦੀ ਮੱਤ ਹੀ ਮਾਰਦਾ। ਤੇ ਜਦੋਂ ਕਿਰਪਾ ਕਰਨੀ ਹੁੰਦੀ ਹੈ ਉਦੋਂ ਵੀ ਮਨ ਮੱਤ ਖੋਹ ਲੈਂਦਾ ਤੇ ਗੁਰਮਤ ਦੇ ਦਿੰਦਾ, ਉਦੋਂ ਵੀ ਮੱਤ ਬਦਲਦਾ। ਬੁੱਧ ਬਦਲੀ ਸਿੱਧ ਪਾਈ, ਇਹਦੀ ਬੁੱਧੀ ਬਦਲ ਗਈ। ਆਉਂਦੇ ਆਉਂਦੇ ਗੱਲਾਂ ਸੁਣੀਆਂ ਸੀ ਪਹਿਲਾਂ ਵੀ, ਤੇ ਸੁਣੀਆਂ ਆਪਣੀ ਭੈਣ ਦੇ ਕੋਲੋਂ ਵੀ। ਹੁਣ ਸਲਾਹ ਕੀਤੀ, ਮਣਾ ਇਹੋ ਜਿਹੇ ਗੁਣਾਂ ਦੇ ਖਜ਼ਾਨੇ ਜੇ ਕਿਤੇ ਦਰਸ਼ਨ ਹੋ ਜਾਣ। ਸੈਦ ਖਾਨ ਸੁਣ ਸੁਣ ਗੁਣ ਗਣ ਕੋ, ਚਾਹਤ ਵਿਖਿਓ ਪ੍ਰੇਮ ਕਰ ਮਨ ਕੋ। ਹੁਣ ਮਨ ਦੇ ਵਿੱਚ ਪ੍ਰੇਮ ਪੈਦਾ ਹੋ ਗਿਆ, ਕਿਉਂਕਿ ਗੁਰੂ ਦੇ ਵੱਲ ਅਸੀਂ ਜਿਹੋ ਜਿਹੀ ਸੋਚ ਲੈ ਕੇ ਜਾਵਾਂਗੇ, ਗੁਰੂ ਅੱਗੋਂ ਉਹੋ ਜਿਹਾ ਨਜ਼ਾਰਾ ਵਿਖਾ ਦਿੰਦਾ। ਤੁਸੀਂ ਘਰੋਂ ਆ ਰਹੇ ਹੋ ਨਾ ਗੁਰੂ ਘਰ ਵੱਲ, ਘਰੋਂ ਕੀ ਸੋਚ ਲੈ ਕੇ ਚੱਲਿਓ ਗੁਰੂ ਪਹਿਲਾਂ ਹੀ ਜਾਣਦਾ। ਜੇ ਹਾਂ ਸਤਿਗੁਰ ਕਰ ਜਾਂਦੇ ਹਾਂ ਤਾਂ ਇਹੋ ਜਿਹਾ ਸੁੱਖ ਹੋਏ। ਜੇ ਕੋਈ ਜੰਗ ਵਾਸਤੇ ਆਵੇਗਾ, ਗੁਰੂ ਜੰਗ ਦਾ ਸਮਾਨ ਕਰ ਲੇਗਾ। ਜੇ ਕੋਈ ਪ੍ਰੇਮ ਲੈ ਕੇ ਆਵੇਗਾ, ਗੁਰੂ ਪ੍ਰੇਮ ਤਿਆਰ ਕਰਕੇ ਬੈਠਾ। ਫਿਰ ਅੱਗੋਂ ਇਹਦੇ ਅੰਦਰ ਪ੍ਰੇਮ ਪੈਦਾ ਹੋਇਆ ਹੈ ਜੀ। ਔਰ ਇਤਫਾਕ ਹੁੰਦਾ, ਸਮਾਂ ਨਹੀਂ ਬਣਿਆ, ਇਦੋਂ ਪਹਿਲਾਂ ਕੋਈ ਬਹਾਨਾ ਹੀ ਨਹੀਂ ਬਣਿਆਗਾ ਗੁਰੂ ਸਾਹਿਬ ਦੇ ਦਰਸ਼ਨਾਂ ਦਾ। ਚੱਲ ਅੱਜ ਮੈਨੂੰ ਚੜ੍ਹਾ ਕੇ ਭੇਜਿਆ ਮੌਕੇ ਦੀ ਸਰਕਾਰ ਨੇ, ਇਤਫਾਕ ਬਣਿਆ, ਸਮਾਂ ਬਣਿਆ, ਅਵਸਰ ਬਣਿਆ। ਅੱਜ ਇਸ ਬਹਾਨੇ ਦਰਸ਼ਨ ਵੀ ਹੋ ਜਾਣਗੇ। ਲੜਿਓ ਮਹਾਮ ਆਨੰਦ ਤੇ ਆਇਓ, ਅਵਸਰ ਖੁਦਾਈ ਬਣਾਇਓ। ਔਰ ਮੁਹਿੰਮ ਲੈ ਕੇ ਚੱਲਿਆ ਫੌਜ ਨੂੰ ਲੈ ਕੇ ਫੜਨ ਵਾਸਤੇ।
ਫੌਜ ਵੀ ਤਿਆਰ ਪਰ ਤਿਆਰ, ਸ਼ਸਤਰਾਂ ਨਾਲ ਲੈਸ। ਗੁਰੂ ਪਿਆਰਿਓ, ਇਹਦੀ ਜਰਨੈਲੀ ਦੇ ਅੰਦਰ ਤੁਰੀ ਆ ਰਹੀ ਹੈ ਫੜਨ ਵਾਸਤੇ, ਪਰ ਇਹਦੇ ਦਿਮਾਗ 'ਚ ਕੁਝ ਹੋਰ ਹੀ ਵਾੜ ਦਿੱਤਾ। ਕਹੋ ਸਤਨਾਮ। ਇਹਦਾ ਦਿਮਾਗ ਹੀ ਬਦਲ ਦਿੱਤਾ। ਫਿਰ ਫੌਜ ਕੀ ਕਰੂਗੀ? ਇਸ ਕਰਕੇ ਹੁਣ ਇਹਦੇ ਅੰਦਰ ਜਿਹੜਾ ਹੈ ਸੋਝੀ ਆਈ ਆ। ਅਵਸਰ ਇਹੋ ਖੁਦਾਏ ਬਣਾਇਓ, ਲੱਗਦਾ ਕਿ ਰੱਬ ਨੇ ਮੇਰੇ ਭਲੇ ਵਾਸਤੇ, ਖੁਦਾ ਨੇ ਮੇਰੇ ਭਲੇ ਵਾਸਤੇ ਮੈਨੂੰ ਮੌਕਾ ਦਿੱਤਾ ਹੈ। ਦਰਸ਼ਨ ਹੋਏ ਹੈ ਜੰਗ ਬਹਾਨੇ, ਜਿਹਦੇ ਮਨੋਰਥ ਦ੍ਰਿੜਿਆ ਸਠਾਨੇ। ਔਰ ਅੱਜ ਜੰਗ ਦੇ ਬਹਾਨੇ ਜਿਹੜਾ ਮੇਰਾ ਮਨ ਦਾ ਮਨੋਰਥ ਸੀ ਦੇਖੂੰਗਾ ਗੁਰੂ ਗੋਬਿੰਦ ਸਿੰਘ ਨੂੰ ਵੀ ਕਿਹੋ ਜਿਹਾ। ਸੁਣਿਆ ਤਾਂ ਸੀ ਨਾ ਪਹਿਲਾਂ ਕਿਤੇ, ਤਾਂ ਤਰ੍ਹਾਂ ਤਰ੍ਹਾਂ ਦੇ ਅੰਦਰ ਸਵਾਲ ਉੱਠਦੇ, ਤਰੰਗਾਂ ਉੱਠਦੀਆਂ ਹੋਣਗੀਆਂ, ਬਹਿੰਦੀਆਂ ਹੋਣਗੀਆਂ। ਸੋਚਦਾ ਰਹਿੰਦਾ ਸੀ ਕਦੇ ਦਰਸ਼ਨ ਕਰੂੰਗਾ ਕਿਹੋ ਜਿਹਾ ਹੈ। ਸ਼ਾਇਦ ਅੱਜ ਮੇਰਾ ਮਨੋਰਥ ਪੂਰਾ ਹੋਣ ਵਾਲਾ ਜੀ। ਧਰਮ ਬਾਬਲੇ ਦੋਨਾਂ ਭਏ, ਦੇਖਣ ਕੀ ਇੱਛਿਆ ਉਰ ਲਈ। ਹੁਣ ਇੱਧਰ ਦੋਨਾਂ ਦਲਾਂ ਦਾ ਮੁਕਾਬਲਾ ਹੋ ਰਿਹਾ, ਉਹਦੀਆਂ ਫੌਜਾਂ, ਗੁਰੂ ਕੀਆਂ ਫੌਜਾਂ ਦੇ ਜੰਗ ਹੋ ਰਹੇ ਹਨ, ਪਰ ਇਹਦੇ ਅੰਦਰ ਦਰਸ਼ਨਾਂ ਦੀ ਜਿਹੜੀ ਹੈ ਉਹ ਪਿਆਸ ਜਾਗੀ ਹੈ। ਕਣ ਦੇ ਜਿਤ ਤਾਸ ਤਰੰਤਾ, ਵਿਦ ਮਿਲਿਓ ਇਮ ਨਹੀਂ ਕਹੰਤਾ। ਇਸ ਤਰ੍ਹਾਂ ਗੁਰੂ ਪਿਆਰਿਓ ਆਪਣੇ ਨਾਲ ਮੁਸਲਮਾਨਾਂ ਤੋਂ ਡਰਦਾ ਵੀ ਹੈ। ਵੀ ਜੇ ਮੈਂ ਸਿੱਧਾ ਜਾ ਕੇ ਗੁਰੂ ਸਾਹਿਬ ਨੂੰ ਮਿਲ ਪਾਵਾਂ ਤੇ ਸ਼ਾਇਦ ਮੇਰੀ ਫੌਜ ਕਹਿ ਦੇਗੀ ਇਹ ਰਲ ਗਿਆ ਨਾਲ, ਇਹਨੇ ਰਈ ਕਰ ਲਈ ਹੈ, ਇਹ ਦੁਸ਼ਮਣ ਦੇ ਜਰਨੈਲ ਨਾਲ ਰਲ ਗਿਆ ਹੈ, ਇਹ ਜਾ ਕੇ ਇਕੱਲਾ ਕਿਉਂ ਮਿਲਿਆ ਜਰਨੈਲ ਨੂੰ। ਇਸ ਕਰਕੇ ਉਹ ਮੁਗਲਾਂ ਦੇ ਫਤਵਾ ਲਾਉਣ ਤੋਂ ਡਰਦਾ ਵੀ ਹੈ, ਮੇਰੇ 'ਤੇ ਫਤਵਾ ਲਾ ਕੇ ਮੈਨੂੰ ਮਰਵਾ ਦੇਣਗੇ। ਵੀ ਇਹ ਜਰਨੈਲ ਨੇ ਜਾ ਕੇ ਉਹਨਾਂ ਦੇ ਜਰਨੈਲ ਨਾਲ ਕੋਈ ਗੱਲਬਾਤ ਕੀਤੀ ਆ, ਕਿਉਂ ਕੀਤੀ ਆ? ਬੰਦ ਕਰ ਸਨਮੁਖ ਆਵੈ, ਰਣਹਿਤ ਕਰਨ ਦਰਸ਼ ਦਿਖਰਾਵੈ। ਔਰ ਹੁਣ ਕੀ ਫੁਰਨਾ ਬਣਾ ਲਿਆ ਕਿ ਮੈਂ ਐਦਾਂ ਤਾਂ ਨਹੀਂ ਮਿਲਦਾ ਗੁਰੂ ਸਾਹਿਬ ਨੂੰ, ਮੈਂ ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ ਮਿਲੂੰਗਾ, ਤੇ ਗੁਰੂ ਸਾਹਿਬ ਤੂੰ ਵੀ ਸ਼ਸਤਰ ਧਾਰ ਕੇ ਆ ਜਾ ਤੇ ਮੈਂ ਵੀ ਸ਼ਸਤਰ ਧਾਰ ਕੇ ਲੜਨ ਵਾਸਤੇ ਆਊਂਗਾ। ਅੱਗੇ ਕੀ ਬਣਦਾ ਹੈ? ਅੰਤਰਜਾਮੀ ਵੀਰਨ ਪੀਰ, ਉਰ ਕੀ ਲਖੇ ਪ੍ਰੇਮ ਕੀ ਧੀਰ। ਔਰ ਬਾਹਰੀ ਤੌਰ ਤੇ ਮੁਸਲਮਾਨਾਂ ਦੇ ਸਾਹਮਣੇ, ਫੌਜਾਂ ਦੇ ਸਾਹਮਣੇ ਮੈਂ ਇੱਕ ਜਰਨੈਲ ਬਣ ਕੇ ਆਵਾਂਗਾ, ਤੇ ਤੂੰ ਵੀ ਜਰਨੈਲ ਬਣ ਕੇ ਆ ਲੜਨ ਵਾਸਤੇ। ਸ਼ਸਤਰ ਕੱਢ ਕੇ ਲਿਆ, ਤਲਵਾਰ ਆਪਣੀ ਮਿਆਨ ਦੇ ਵਿੱਚੋਂ, ਜੰਗ ਦੇ ਮੈਦਾਨ 'ਚ ਆ ਕੇ, ਤੇ ਅੰਦਰੋਂ ਤੂੰ ਮੈਨੂੰ ਹੁਣ ਜਾਣਦਾ ਹੀ ਆ, ਮੈਂ ਤੇਰੇ ਦਰਸ਼ਨ ਕਰਨੇ ਚਾਹੁੰਦਾ ਹਾਂ। ਤੂੰ ਅੰਤਰਜਾਮੀ ਹੈ, ਪ੍ਰੇਮ ਨੂੰ ਵੀ ਤੂੰ ਜਾਣਦਾ ਹੈ। ਤਾਵੈ ਤੀਜ ਤੁਰੰਗ ਕੁਲਾਵੈ, ਕਲਗੀ ਝੂਲਤ ਰੂਪ ਦਿਖਾਵੈ। ਔਰ ਉਹ ਕਲਗੀ ਧਰ ਘੋੜੇ ਤੇ ਬੈਠ ਕੇ ਘੋੜੇ ਨੂੰ ਭਜਾਉਂਦਾ ਹੋਇਆ, ਤੇ ਜਦ ਭਜਾਉਣਗੇ ਤੇ ਫਿਰ ਝੂਲਦੀ ਹੋਈ ਕਲਗੀ ਵੀ ਦਿਖਾਈ ਦੇਵੇਗੀ ਉੱਤੇ ਜੋ ਸਜਾਈ ਹੋਈ ਹੈ ਦਸਤਾਰ ਦੇ ਉੱਪਰ। ਕਹਿਣ ਲੱਗੇ ਆਪਣੇ ਹਿਰਦੇ ਵਿੱਚ ਬਣਾਉਂਦਾ ਫੁਰਨੇ, ਕਹਿੰਦੇ ਤੂੰ ਘੋੜੇ ਤੇ ਚੜ੍ਹ ਕੇ ਝੂਲਦੀ ਹੋਈ ਕਲਗੀ ਵਾਲਾ ਸਰੂਪ ਮੈਨੂੰ ਦਿਖਾ। ਮੈਂ ਆਇਆ ਤਾਂ ਲੜਨ ਵਾਸਤੇ ਆ, ਕਿਉਂਕਿ ਸੈਂਟਰ ਦਾ ਵੀ ਪਿੱਛੋਂ ਫਿਕਰ ਹੈ ਵੀ ਰੰਗ ਜੇ ਪਤਾ ਨਹੀਂ ਕੀ ਫਤਵਾ ਲਾ ਦੇਵੇ ਵੀ ਤੂੰ ਜਾ ਕੇ ਰਲ ਗਿਆ ਨਾਲ ਉਹਨਾਂ ਦੇ। ਇਸ ਕਰਕੇ ਆਇਆ ਤਾਂ ਮੈਂ ਲੜਨ ਵਾਸਤੇ ਆ, ਪਰ ਮੇਰਾ ਤਾਂ ਲੱਗਦਾ ਮੈਂ ਹੁਣ ਲੜ ਨਹੀਂ ਸਕਦਾ, ਤੂੰ ਮੇਰੇ ਪ੍ਰੇਮ ਨੂੰ ਸੰਭਾਲ। ਇੱਕ ਵਾਰੀ ਤੂੰ ਆਪ ਆ। ਵੈਸੇ ਅਸੀਂ ਕਹਿ ਦਿੰਦੇ ਆ ਕਿ ਇਹਦੇ ਅੰਦਰ ਫੁਰਨਾ ਬਣਿਆ, ਬਈ ਐਵੇਂ ਲੋਕਾਂ ਦੇ ਪੁੱਤ ਮਰਵਾਈ ਜਾਂਦਾ ਹੈ, ਕਿਤੇ ਸਿੱਧਾ ਆ ਕੇ ਮੈਨੂੰ ਟੱਕਰੇ। ਗੱਲ ਉਹਦੀ ਸਹੀ ਆ, ਵੀ ਆਪ ਆ, ਮੈਂ ਵੀ ਇੱਧਰ ਖੜਾ, ਆਪ ਆ ਕੇ ਦਰਸ਼ਨ ਦੇ, ਆ ਇੱਧਰ ਆ ਕੇ ਫੇਰੀ ਪਾ ਜੰਗ ਦੇ ਮੈਦਾਨ 'ਚ ਸਾਹਮਣੇ ਆ। ਵੈਸੇ ਜਰਨੈਲ ਜਿਹੜੇ ਹੁੰਦੇ ਆ ਉਹ ਫੌਜ ਦੇ ਵਿੱਚ ਹੀ ਰਹਿੰਦੇ ਆ, ਫੌਜਾਂ ਦੇ ਨਾਲ ਫੌਜਾਂ ਲੜੀ ਜਾਂਦੀਆਂ, ਜਰਨੈਲ ਤਾਂ ਅਨਸਰ ਦੇ ਸਾਹਮਣੇ ਆਉਂਦੇ ਆ। ਪਰ ਹੁਣ ਇਸ ਨੇ ਸੱਦ ਲਿਆ ਗੁਰੂ ਸਾਹਿਬ ਨੂੰ ਫੁਰਨੇ ਦੇ ਨਾਲ, ਤੇ ਸਤਿਗੁਰੂ ਵੀ ਫੁਰਨਾ ਜਾਣਦੇ ਆ, ਜਿਹਨੂੰ ਸੈਂਸ ਲੋਕ ਵਾਲੇ ਟੈਲੀਪੈਥੀ ਕਹਿੰਦੇ ਆ, ਗੁਰੂ ਸਾਹਿਬ ਵੀ ਜਾਣਦੇ ਆ। ਉਹਨਾਂ ਤਾਂ ਬੜੇ ਹੀ ਤੇਜ਼ ਤਰੰਗ ਹੈ, ਉਹਨਾਂ ਦੀ ਜਿਹੜੀ ਗੁਰੂ ਪਿਆਰਿਓ ਕਨੈਕਟੀ ਹੈ ਦਿਮਾਗਾਂ ਦੀ, ਸੁਰਤਾਂ ਦੀ, ਤਰੰਗਾਂ ਦੀ, ਉਹ ਤਾਂ ਬਹੁਤ ਤਕੜੀ ਹੈ। ਆ 5G ਤਾਂ 4G ਤਾਂ ਇਹਨਾਂ ਦਾ ਕੁਛ ਵੀ ਨਹੀਂ ਹੋਣਾ। ਕੋਈ ਸਤਨਮ, ਉਹ ਤਾਂ ਇੱਥੇ ਬੈਠੇ ਆ ਤੇ ਹਜ਼ਾਰਾਂ ਕੋ ਬੈਠੇ ਜਾਣ ਲੈਂਦੀ ਆ ਕਿੱਥੇ ਕੋਈ ਸਾਨੂੰ ਯਾਦ ਕਰ ਰਿਹਾ। ਕਿੰਨੀਆਂ ਸਾਖੀਆਂ ਪੜ੍ਹ ਲਓ। ਗੁਰੂ ਨਾਨਕ ਦੇਵ ਜੀ ਸੰਗਲਾਦੀਪ ਪਹੁੰਚੇ, ਹਰਗੋਬਿੰਦ ਸਾਹਿਬ ਜੀ ਕਸ਼ਮੀਰ 'ਚ ਪਹੁੰਚੇ, ਕੋਈ ਸਤਨਾਮ ਸੀ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜੇ ਜਾ ਕੇ ਆਪਣੇ ਸਿੱਖਾਂ ਨੂੰ ਕਹਿੰਦੇ ਆ ਇੱਥੇ ਕਮਾਈ ਆ।
ਉਹਨੂੰ ਕਹੋ ਵੀ ਲਿਆ ਮਾਈ ਤੇਰਾ ਚੋਲਾ ਲੈਣ ਵਾਸਤੇ ਅਸੀਂ ਅੱਜ ਆਏ ਆ। ਉਹ ਵੀ ਰੋਜ਼ ਕਹਿੰਦੀ ਸੀ ਹੁਣ ਬੁੱਢੀ ਹੋ ਗਈ ਆ, ਪਹਿਲਾਂ ਹਰ ਸਾਲ ਚੋਲਾ ਮੈਂ ਭੇਟ ਕਰ ਆਉਂਦੀ ਸੀ, ਪਰ ਐਤਕੀ ਨਹੀਂ ਆਇਆ ਜਾਂਦਾ, ਆਪੇ ਹੀ ਆ ਕੇ ਲੈ ਲਓ। ਤੇ ਪਾਤਸ਼ਾਹ ਸਿੱਖ ਭੇਜ ਤੇ ਜਾਓ ਮਾਈ ਦੇ ਕੋਲੇ ਸਾਡਾ ਚੋਲਾ ਪਿਆ, ਖੱਦਰ ਕੱਤਿਆ ਹੋਇਆ, ਉਹ ਤੋਂ ਮੰਗਵਾਓ। ਤੇ ਉਹ ਖੱਦਰ ਮੰਗਵਾ ਕੇ ਉਹਦਾ ਚੋਲਾ ਬਣਾਇਆ ਗਿਆ। ਫਿਰ ਕਹੋ ਸਤਨਾਮ। ਧਿਆਨ ਦਿਓ ਮੇਰੇ ਪ੍ਰੀਤਮ ਜੀ ਕਹਿੰਦੇ ਮਨ ਕੇ ਸੰਕਲਪ ਉਠਾਵੇ, ਵੈਰ ਡਰਤ ਨ ਕਛੂ ਉਲਾਵੇ। ਬਾਹਰੋਂ ਆਪਣੇ ਸਾਥੀਆਂ ਨਾਲ ਗੱਲ ਸਾਂਝੀ ਨਹੀਂ ਕਰਦਾਗਾ, ਕਿਉਂਕਿ ਹੋ ਸਕਦਾ ਦੂਜੇ ਮੁਸਲਮਾਨ ਪੁੱਠੀ ਗੱਲ ਸਮਝ ਲੈਣ ਮੇਰੀ। ਇਸ ਕਰਕੇ ਅੰਦਰੋਂ ਬੇਨਤੀਆਂ ਕਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਤੂੰ ਫੌਜਾਂ ਨੂੰ ਪਾਸੇ ਕਰਕੇ ਸਿੱਧਾ ਆਪ ਆ ਇੱਕ ਵਾਰੀ ਮੇਰੇ ਸਾਹਮਣੇ। ਜਾਣੈ ਦੁਰਗ ਦੁਰਗ ਕੋ ਕਰੈ, ਰਜੋ ਸਬਨ ਮੈਂ ਬਹੁ ਵਿਸਤਰੈ। ਜਾਣਦਾ ਸੀਗਾ ਇਹ ਤੁਰਕ ਤਰਕ ਕਰਨਗੇ ਮੇਰੇ ਤੇ, ਔਰ ਸਾਰਿਆਂ ਵਿੱਚ ਬਹੁਤ ਨਿੰਦਿਆ ਫੈਲੇਗੀ ਵੀ ਗਿਆ ਸੀ ਲੜਨ ਵਾਸਤੇ ਤੇ ਜਾ ਕੇ ਸਿੱਖਾਂ ਦੇ ਜਰਨੈਲ ਨਾਲ, ਸਿੱਖਾਂ ਦੇ ਗੁਰੂ ਨਾਲ ਰਲ ਗਿਆ। ਪਾਤਸ਼ਾਹ ਨਵ ਰੰਗ ਟਿਕ ਕਹੈ, ਮੋਹ ਸੋ ਕਹਾਂ ਨ ਲਾਇਕ ਲਹੈ। ਤੇ ਜੇ ਮੈਂ ਸ਼ਾਸਤਰ ਸਿੱਟ ਕੇ ਤੁਹਾਡੇ ਕੰਨੀ ਵੈਸੇ ਹੀ ਆ ਗਿਆ, ਤਲਵਾਰ ਨਾ ਕੱਢੀ ਲੜਨ ਵਾਸਤੇ, ਤੇ ਇਹਨਾਂ ਨੇ ਜਾ ਕੇ ਔਰੰਗਜ਼ੇਬ ਨੂੰ ਦੱਸ ਦੇਣਾ ਹੈ, ਉਹਨੇ ਮੈਨੂੰ ਵੱਡਾ ਨਲਾਇਕ ਕਹਿਣਾ ਵੀ ਤੂੰ ਲੜਨ ਗਿਆ ਸੀਗਾ ਕਿ ਹੱਥ ਮਿਲਾਉਣ ਗਿਆ ਸੀ। ਵਿਦਿਆ ਜਗ ਮਨ ਗਰਣੀ ਗਡੰਤਾ, ਬਿਨ ਦੇਖੀ ਅਤਿਸ਼ੈ ਉਪਲੰਤਾ। ਇਹੋ ਜੀਆਂ ਗੱਡੀਆਂ ਗਿਣ ਰਿਹਾ ਦਿਮਾਗ ਦੇ ਵਿੱਚ, ਇੱਕ ਉਤਰਦੀ ਹੈ ਕਚੜਦੀ ਹੈ, ਸੋਚਾ ਬਣਾ ਰਹੀ ਹੈ, ਪਰ ਅੰਦਰੋਂ ਅਰਦਾਸ ਜਿਹੜੀ ਚੱਲ ਰਹੀ ਹੈ ਨਾ, ਗੁਰੂ ਸਾਹਿਬ ਦਾ ਜਿਹੜਾ ਹੈ ਦਿਮਾਗ ਇਹਦੀਆਂ ਤਰੰਗਾਂ ਨੂੰ ਫੜ ਰਿਹਾ ਹੈ ਕੀ ਬੇਨਤੀਆਂ ਕਰਦਾ ਹੈ। ਜਾ ਕੀ ਪਾਦ ਪ੍ਰੇਮ ਵਸ ਹੋਇਓ, ਬੇਬਲ ਪਇਓ ਕਹੇ ਗੁਰ ਜੋਇਓ। ਔਰ ਜੋਣਾ ਹੁੰਦਾ ਹੈ ਦਰਸ਼ਨ ਕਰਨੇ, ਇੱਕ ਤਾਂ ਅੱਖਾਂ ਦੇ ਨਾਲ ਫੜਨਾ, ਇਹ ਅੱਖਾਂ ਦਾ ਜੋਣਾ ਹੈ। ਇੱਕ ਹੱਥ ਦੇ ਨਾਲ ਫੜ ਲੈਣਾ, ਇਹ ਵੀ ਜੋਣਾ ਹੈ, ਇਹ ਹੱਥਾਂ ਦੇ ਨਾਲ ਹੈ। ਇਹ ਚਾਹੁੰਦਾ ਸੀ ਅੱਜ ਮੈਂ ਗੁਰੂ ਨੂੰ ਜੋ ਲਵਾਂ ਫੜ ਲਵਾਂ, ਬੇਬਲ ਹੋਇਆ ਵਿਆਕਲ ਹੋਇਆ। ਧਿਆਨ ਦਿਓ ਤਾਂ ਗੁਰੂ ਪਿਆਰਿਓ ਉਸ ਵੇਲੇ ਬੜਾ ਵਿਆਕਲ ਹੋਇਆ, ਇਹ ਬੇਨਤੀਆਂ ਕਰਦਾ ਹੈ ਕਿ ਕਿਤੇ ਗੁਰੂ ਆਪ ਆ ਜਾਵੇ ਜੀ। ਮਾਂ ਭਾਵਨਾ ਔਰ ਬਿਰਦਾਨੀ, ਸ਼੍ਰੀ ਕਰਦੀ ਦਰਸੁ ਪਹਿਚਾਨੀ। ਔਰ ਇਸ ਦੀਆਂ ਵੀ ਪ੍ਰੇਮ ਦੀਆਂ ਰੱਸੀਆਂ ਬੜੀਆਂ ਮਜ਼ਬੂਤ ਨਿਕਲੀਆਂ। ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਇਸੀ ਮਾਧੋ ਖਿੰਚ ਤਣੀ। ਇਸ ਦੀਆਂ ਪ੍ਰੇਮ ਦੀਆਂ ਪੁਕਾਰਾਂ ਗੁਰੂ ਸਾਹਿਬ ਨੇ ਸੁਣ ਲੀਆਂ। ਮਹਾ ਭਾਵਨਾ, ਬੜੀ ਭਾਵਨਾ, ਔਰ ਬਿਰਧਾਨੀ ਹਿਰਦੇ ਵਿੱਚੋਂ ਬਹੁਤ ਵੱਧ ਗਈ ਭਾਵਨਾ ਮਿਲਣ ਦੀ, ਜਿਹੜੀ ਕਲਗੀਧਰ ਪਾਤਸ਼ਾਹ ਨੇ ਉਸੇ ਟਿੱਬੇ ਉੱਤੇ ਬੈਠਿਆਂ ਸੁਣ ਲਈ ਆ। ਸਹਿ ਨਾ ਸਕੀ ਪ੍ਰਭ ਪ੍ਰੇਮੀ ਕੀਰਾ, ਰੋੜੀ ਪਰਤੇ ਉਠ ਬਿਨ ਦੇਰਾ। ਬਸ ਇਹ ਗੱਲ ਗੁਰੂ ਤੋਂ ਝੱਲੀ ਨਹੀਂ ਜਾਂਦੀ, ਜਦੋਂ ਕੋਈ ਇੰਨੇ ਪ੍ਰੇਮ ਨਾਲ ਯਾਦ ਕਰੇ ਤੇ ਗੁਰੂ ਉੱਥੇ ਪਹੁੰਚੇ ਨਾ। ਸੰਗਲਾਦੀਪ ਦੇ ਵਿੱਚ ਬੈਠਾ ਰਾਜਾ ਵਿਆਕਲ ਹੋ ਗਿਆ ਤੇ ਬਾਬਾ ਨਾਨਕ ਜੀ ਨਨਕਾਣਾ ਸਾਹਿਬ ਭਾਈ ਬਾਲੇ ਮਰਦਾਂ ਨੂੰ ਕਹਿੰਦੇ ਮਿੱਤਰੋ ਆਪਾਂ ਸ਼ੈਰ ਕਰਕੇ ਕਰਨ ਚੱਲੀਏ। ਚਲੋ ਮਹਾਰਾਜ ਕਿੱਧਰ ਨੂੰ ਚਾਲੇ ਪਾਉਣੀ ਹੈ, ਚਲੋ ਜਿੱਧਰ ਪਰਮੇਸ਼ਰ ਲੈ ਜਾਊਗਾ, ਜਿੱਥੇ ਕੋਈ ਮੇਰਾ ਪਿਆਰਾ ਯਾਦ ਕਰਦਾ ਉੱਥੇ ਚੱਲਦੇ ਹਾਂ ਆਪਾਂ। ਤੇ ਸੰਗਲਾਦੀਪ ਪਹੁੰਚ ਗਏ। ਬੇਅੰਤ ਇਹੋ ਜਿਹੀਆਂ ਉਦਾਹਰਨਾਂ ਹੈ। ਜਦੋਂ ਇਹੋ ਜਿਹਾ ਸਮਾਂ ਆਉਂਦਾ ਹੈ ਗੁਰੂ ਪਿਆਰਿਓ, ਜਿਵੇਂ ਫਿਰ ਕ੍ਰਿਸ਼ਨ ਨੂੰ ਜਦ ਅੰਦਰ ਬੈਠੇ ਨੂੰ ਪਤਾ ਲੱਗਿਆ, ਮਹਿਲਾਂ 'ਚ ਬੈਠੇ ਨੂੰ, ਕਿਸੇ ਸੇਵਕ ਨੇ ਕਿਹਾ ਕਿ ਤੁਹਾਡਾ ਕੋਈ ਪੁਰਾਣਾ ਮਿੱਤਰ ਹੈ ਸੁਦਾਮਾ। ਸੁਦਾਮਾ? ਹਾਂ, ਮੇਰਾ ਤਾਂ ਨਾਲ ਪੜ੍ਹਦਾ ਰਿਹਾ, ਉਹ ਬਾਹਰ 'ਚ ਖੜਾ ਹੈ ਤੁਹਾਨੂੰ ਮਿਲਣ ਵਾਸਤੇ। ਤੇ ਕ੍ਰਿਸ਼ਨ ਨੇ ਜਾਂ ਜੋੜਾ ਪਾਇਆ, ਨਾ ਪਰਨਾ ਚੱਕਿਆ, ਨਾ ਸਿਰ 'ਤੇ ਆਪਣਾ ਪੱਗ ਰੱਖੀ ਕੋਈ, ਜਾਂ ਜੋ ਵੀ ਉਹਨਾਂ ਕੋਲ ਸੀਗਾ ਉਸ ਵੇਲੇ ਮੁਕਟ ਵਗੈਰਾ, ਉਸੇ ਤਰ੍ਹਾਂ ਜਿਵੇਂ ਬੈਠੇ ਸੀ ਭੱਜ ਲਏ। ਤੇ ਸਾਰੇ ਹੈਰਾਨ ਆ। ਤੇ ਜਿਹੜਾ ਵੇਖ ਕੇ ਗਿਆ ਸੁਦਾਮੇ ਨੂੰ, ਉਹ ਬਹੁਤ ਜ਼ਿਆਦਾ ਹੈਰਾਨ ਹੈ ਵੀ ਯਾਰ ਪਾਟੇ ਕੱਪੜੇ, ਪੈਰ 'ਚ ਜੋੜਾ ਨਹੀਂ, ਪੈਰਾਂ 'ਚ ਕੰਡੇ ਵੱਜੇ ਹੋਏ ਆ, ਬਾਹਮਣ ਇੱਕ, ਪੰਡਤ ਇੱਕ, ਨਿਮਾਣਾ ਜਿਹਾ ਪੰਡਤ। ਇਹ ਰਾਜਾ ਕ੍ਰਿਸ਼ਨ ਆਏ ਭੱਜ ਕੇ ਜਾ ਰਹੇ ਉਹਦੇ ਕੰਨੀ, ਕਿਉਂਕਿ ਲੰਮਾ ਰਸਤਾ ਸੀ ਮਹਿਲਾਂ ਤੋਂ, ਜਿਵੇਂ ਆਪਾਂ ਇੱਥੋਂ ਉੱਠ ਕੇ ਉਹ ਗੇਟ 'ਤੇ ਜਾਈਏ। ਭੱਜ ਲਏ, ਭੱਜ ਕੇ ਆ ਕੇ ਸੁਦਾਮਾ ਗੇਟ 'ਤੇ ਖੜਾ ਤੇ ਗਲੇ ਲਾ ਲਿਆ, ਮਿਲਿਆ। ਜਾਰ ਜਾਰ ਰੋਏ ਉੱਥੇ ਖੜ ਕੇ ਦੋਨੇ, ਸੁਦਾਮਾ ਵੀ ਰੋਇਆ ਤੇ ਕ੍ਰਿਸ਼ਨ ਵੀ ਰੋਇਆ। ਤੇ ਕਿੰਨਾ ਚਿਰ ਇਹਨਾਂ ਤੋਂ ਆਪਸ ਵਿੱਚ ਗੱਲ ਨਹੀਂ ਹੋਈ। ਕਹੋ ਸਤਨਾਮ। ਉਸ ਪਿਆਰ ਦੇ ਬਰਾਗ ਦੇ ਵਿੱਚ ਵਿਆਕਲ ਹੋਇਆ ਤਾਂ ਫਿਰ ਕ੍ਰਿਸ਼ਨ ਜੀ ਉਹਨੂੰ ਬਾਹੋਂ ਫੜ ਕੇ ਅੰਦਰ ਲੈ ਕੇ ਫਿਰ ਜਿਹੜੀਆਂ ਸਾਰੀ ਸੇਵਾਵਾਂ ਕੀਤੀਆਂ ਤੇ ਬਖਸ਼ਾਂ ਕੀਤੀਆਂ, ਉਹ ਤਾਂ ਅਲੱਗ ਹੈ। ਇਸ ਕਰਕੇ ਜਦੋਂ ਕੋਈ ਇੰਨੇ ਪਿਆਰ ਨਾਲ ਯਾਦ ਕਰਦਾ ਹੈ, ਫਿਰ ਕਿਸੇ ਵੀ ਸਮੇਂ ਦਾ ਅਵਤਾਰ ਹੋਵੇ ਉਹ ਰਹਿ ਨਹੀਂ ਸਕਿਆ, ਉਹ ਆਪਣੇ ਪਿਆਰਿਆਂ ਕੋਲ ਭੱਜ ਕੇ ਗਿਆ ਹੈ। ਜਿਵੇਂ ਪਹਿਲਾਂ ਨਾ
ਲੋਕ ਗਊਆਂ ਦੇ ਬੱਗ ਛੱਡ ਕੇ, ਮੱਝਾਂ ਦੇ ਬੱਗ ਛੱਡ ਕੇ ਚਾਰਨ ਜਾਂਦੇ ਸੀਗੇ। ਤੜਕੇ ਗਊਆਂ ਮੱਝਾਂ ਦੇ ਰੱਸੇ ਖੋਲ੍ਹੇ, ਚਾਰਨ ਵਾਸਤੇ ਪੈਲੀਆਂ 'ਚ ਲੈ ਗਏ। ਉਹਨਾਂ ਦੇ ਛੋਟੇ ਬਛਰੂ ਕਟਰੂ ਘਰੇ ਛੱਡ ਗਏ। ਉਹਨਾਂ ਨੂੰ ਵੀ ਪਤਾ ਵੀ ਅਸੀਂ ਖਾਣ ਜਾਣਾ ਹੈ, ਫੇਰ ਹੀ ਬੱਚਿਆਂ ਨੂੰ ਕੁਝ ਖਵਾਵਾਂਗੇ। ਚਾਰਦੇ ਆ ਸਾਰਾ ਦਿਨ, ਪਰ ਜਦੋਂ ਹੀ ਸ਼ਾਮਾਂ ਨੂੰ ਪਾਲੀ 5-6 ਵਜੇ ਉਹਨਾਂ ਦਾ ਮੂੰਹ ਘੁਮਾ ਕੇ ਪਿੰਡ ਕੰਨੀ ਕਰਦਾ ਨਾ, ਫਿਰ ਹੌਲੀ ਹੌਲੀ ਨਹੀਂ ਤੁਰਦੀਆਂ ਉਹ। ਗਾਈਆਂ ਦੀ ਤਾਂ ਇਹ ਖਾਸੀਅਤ ਹੈ ਕਿ ਉਹ ਭੱਜ ਲੈਂਦੀਆਂ ਛਪਟ, ਉਹਨਾਂ ਦੇ ਬੱਚੇ ਯਾਦ ਆ ਜਾਂਦੇ ਆ, ਫਿਰ ਉਹ ਭੱਜਦੀਆਂ ਤੇ ਕਿੱਥੇ ਖੜਦੀਆਂ, ਜਿੱਥੇ ਬਛੜੂ ਉਹਨਾਂ ਦੇ ਕਿੱਲਿਆਂ 'ਤੇ ਖੜੇ ਹੁੰਦੇ ਆ ਬੰਨੇ, ਤੇ ਆਪਣੇ ਥਣ ਉਹਨਾਂ ਦੇ ਕੋਲ ਕਰ ਦਿੰਦੀਆਂ। ਐਸਾ ਹੀ ਗੁਰੂ ਹੈ, ਐਸਾ ਪਰਮੇਸ਼ਰ ਹੈ। ਮੇਰੀ ਬਾਂਦੀ ਭਗਤ ਛਡਾਵੈ, ਬਾਂਧੈ ਭਗਤ ਨ ਛੂਟੈ ਮੋਹੇ, ਏਕ ਸਮੇਂ ਮੋਕੋ ਗਹਿ ਬਾਂਧੇ ਤੌਫਨ ਮੋਪੈ ਜਵਾਬ ਨਾ ਹੋਏ। ਹੁਣ ਸੈਦ ਖਾਨ ਘਰੋਂ ਤੁਰਿਆ ਸੀ ਦੁਸ਼ਮਣ ਬਣ ਕੇ, ਰਾਜ ਦੇ ਵਿੱਚ ਆਉਂਦੇ ਆਉਂਦੇ ਦੁਸ਼ਮਣੀ ਖਤਮ ਕਰਤੀ ਸਤਿਗੁਰ ਨੇ ਇਹਦੇ ਅੰਦਰੋਂ। ਇਹਦੀ ਭਾਵਨਾ ਸਤਿਗੁਰ ਨੇ ਵੇਖੀ ਆ, ਫਿਰ ਸਤਿਗੁਰੂ ਵੀ ਰਹਿ ਨਹੀਂ ਸਕੇ। ਉਸ ਟਿੱਬਲੀ ਤੋਂ ਉੱਠੇ, ਉਸ ਰੋੜੀ ਤੋਂ ਉੱਠੇ ਔਰ ਪਾਸੇ ਨੂੰ ਆਏ ਨ ਜਿੱਧਰ ਇਹਨਾਂ ਦਾ ਘੋੜਾ ਖੜਾ ਹੈ। ਔਰ ਉੱਠੇ ਤੇ ਕਮਰ ਕਸਾ ਕਸਿਆ, ਗਾਤਰਾ ਜੋ ਕਮਰ ਕਸਾ ਲਾ ਕੇ ਖੋਲ ਕੇ ਬੈਠੇ ਸੀ ਰੋੜੀ ਤੇ, ਭਾਵ ਉੱਚੇ ਥਾਂ ਤੇ ਉੱਠੇ। ਕਮਰ ਕਸਾ ਲੱਕ ਤੇ ਕਸਿਆ ਹੈ, ਜਿਹੜੇ ਪ੍ਰੇਮ ਦੇ ਵਸੀ ਹਨ, ਪ੍ਰੇਮ ਦੇ ਵਸ ਹਨ। ਬਸ ਗੁਰੂ ਨੂੰ, ਪਰਮੇਸ਼ਰ ਨੂੰ ਪ੍ਰੇਮ ਨਾਲ ਹੀ ਵਸ ਕਰ ਸਕਦਾ, ਹੋਰ ਕੋਈ ਬਹਾਨਾ ਨਹੀਂ ਉਹਨਾਂ ਨੂੰ ਪਾਉਣ ਦਾ। ਭਾਵੇਂ ਕੋਈ ਤੀਰਥਾਂ 'ਤੇ ਨਹਾਲੇ, ਭਾਵੇਂ ਕੋਈ ਜਲ ਧਾਰੇ ਕਰ ਲੇ, ਧੂਣੀਆਂ ਤਾਪ ਲੇ, ਜਲ ਧਾਰੇ ਕਰ ਲੇ। ਜਿੰਨੀ ਛੇਤੀ ਪ੍ਰੇਮ ਨਾਲ ਪਾਇਆ ਜਾ ਸਕਦਾ, ਇੰਨੀ ਛੇਤੀ ਹੋਰ ਕਿਸੇ ਢੰਗ ਨਾਲ ਨਹੀਂ ਪਾਇਆ ਜਾ ਸਕਦਾ। ਤਾਂ ਤੇ ਲਿਖਤਾ ਪ੍ਰੀਤਮ ਨੇ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਚਾਹੇ ਕਿਸੇ ਵੀ ਅਵਤਾਰ ਦੀ ਕਹਾਣੀ ਪੜ੍ਹ ਕੇ ਦੇਖ ਲਓ, ਪ੍ਰੇਮ ਦੀ ਖੇਡ ਵੱਡੀ ਆ। ਕ੍ਰਿਸ਼ਨ ਜੀ ਆਪਣੇ ਮਿੱਤਰ ਕੋਲ ਖੜੇ ਆ, ਇੱਕ ਥਰਡ ਪਰਸਨ ਹੋਰ ਖੜਾ ਜਿਹੜਾ ਦੋਨਾਂ ਨੂੰ ਵੈਸੇ ਜਾਣਦਾ। ਖੜੇ ਖੜੇ ਕਾਫੀ ਸਾਲਾਂ ਗੱਲਾਂ ਚੱਲਦੀਆਂ ਰਹੀਆਂ। ਕ੍ਰਿਸ਼ਨ ਜੀ ਕਹਿੰਦੇ ਚੰਗਾ ਮਿੱਤਰਾ ਚੱਲਦੇ ਆ। ਕਹਿੰਦਾ ਜਾਓ ਜੀ। ਉਹ ਤੀਜਾ ਕਹਿੰਦਾ ਯਾਰ ਐਂ ਬੋਲਦੇ ਹੁੰਦੇ ਆ, ਮਹਾਂਪੁਰਸ਼ਾਂ ਨੂੰ ਐਂ ਕਹੀਦਾ ਹੁੰਦਾ। ਚੱਲ ਉਹਨਾਂ ਨੇ ਕਹਿਤਾ ਚੱਲਦੇ ਆ, ਤੂੰ ਤਾਂ ਪਿਆਰ ਨਾਲ ਕਹਿ ਜੀ ਹੋਰ ਠਹਿਰੋ 10 ਮਿੰਟ ਦਰਸ਼ਨ ਤਾਂ ਕਰ ਲਈਏ। ਉਹ ਕਹਿੰਦੇ ਯਾਰ ਗੱਲਾਂ ਹੀ ਕਰਦੇ ਆ, ਜਾ ਨਹੀਂ ਸਕਦੇ, ਮੇਰੇ ਦਿਲ 'ਚੋਂ ਨਿਕਲ ਕੇ ਵਿਖਾਉਣ ਕੋ ਸਤਨਾਮ। ਕਿੰਨੇ ਹੱਸੇ ਹੋਣਗੇ ਉਸ ਵੇਲੇ ਕ੍ਰਿਸ਼ਨ ਵੀ ਤੇ ਉਹ ਮਨੁੱਖ ਵੀ, ਤੇ ਤੀਸਰਾ ਮਨੁੱਖ ਵੀ ਕਿੰਨਾ ਹੈਰਾਨ ਹੋਇਆ ਹੋਊਗਾ। ਵਾਕਿਆ ਹੀ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਏ ਉੱਥੋਂ ਨਿਕਲ ਨਹੀਂ ਸਕਦੇ। ਮੇਰੇ ਪ੍ਰੀਤਮ ਜੀ ਕਹਿੰਦੇ ਇਉਂ ਸਤਿਗੁਰ ਉੱਠੇ, ਕਮਰ ਕਸਾ ਕੀਤਾ ਹੈ ਔਰ ਤਲਵਾਰ ਨੂੰ ਗਾਤਰੇ ਵਿੱਚ ਪਾਇਆ ਜੀ। ਔਰ ਪੱਥਾ ਜਿਹੜਾ ਹੈ ਤੀਰਾਂ ਦਾ ਮੋਢੇ ਤੇ ਪਾਇਆ, ਉੱਤੋਂ ਕਮਰ ਕਸਾ ਕੀਤਾ ਤੇ ਹੱਥ ਵਿੱਚ ਉਹ ਧਨੁੱਖ ਫੜਿਆ ਤੇ ਚੜ੍ਹ ਗਏ ਘੋੜੇ ਤੇ ਛਾਲ ਮਾਰ ਕੇ। ਸਿੰਘਾਂ ਨੇ ਵੀ ਦੇਖਿਆ ਵੀ ਆਹ ਕੀ ਚਾਂਚਾ, ਗੁਰੂ ਸਾਹਿਬ ਆਪ ਉੱਠ ਕੇ ਆ ਗਏ। ਸਾਨੂੰ ਤਾਂ ਕਹਿੰਦੇ ਸੀ ਮੈਂ ਦੇਖਣਾ ਤੁਹਾਡਾ ਜੰਗ, ਆ ਕੀ ਬਣਿਆ। ਸਿੰਘ ਵੀ ਦੇਖ ਰਹੇ ਆ, ਰਸਤਾ ਦੇ ਰਹੇ ਆ। ਪਾਤਸ਼ਾਹ ਨੇ ਘੋੜੇ ਨੂੰ ਅੱਡੀ ਲਾਈ, ਐਨ ਵਿਚਾਲੇ ਆ ਗਏ। ਇੱਧਰ ਮੁਗਲਾਂ ਦੀਆਂ ਫੌਜਾਂ, ਇੱਧਰਲੇ ਪਾਸੇ ਸਿੰਘਾਂ ਦੀਆਂ ਫੌਜਾਂ ਖੜੀਆਂ, ਐਨ ਵਿਚਾਲੇ ਆ ਗਏ ਹਨ। ਔਰ ਆ ਕੇ ਮਾਰਿਆ ਲਲਕਰਾ, ਕਹਿੰਦਾ ਆਓ ਸੈਦ ਖਾਨ, ਹੋ ਤਿਆਰ ਲੜਨ ਵਾਸਤੇ ਆਇਆ ਨਾ, ਚੱਕ ਤਲਵਾਰ ਤੇਰੀ, ਚੱਕ ਸ਼ਾਸਤਰ, ਆ ਨਿਕਲ ਬਾਹਰ। ਹੁਣ ਵਿੱਚੋਂ ਤਾਂ ਜਾਣਦੇ ਆ ਵੀ ਉਹ ਪਿਆਰ ਨਾਲ ਸੱਦ ਰਿਹਾ, ਪਰ ਉਹਨਾਂ ਦੇ ਤੁਰਕਾਂ ਨੂੰ ਵੀ ਵਿਖਾਤਾ ਵੀ ਯਾਰ ਵਾਕਿਆ ਹੀ ਸਿੱਖਾਂ ਦੇ ਗੁਰੂ ਨੇ ਵੀ ਆ ਕੇ ਲਲਕਰਾ ਮਾਰਿਆ ਸਾਡੇ ਜਰਨੈਲ ਨੂੰ, ਤੇ ਜਰਨੈਲ ਸੈਦ ਖਾਨ ਨੇ ਵੀ ਸੁਣਿਆ। ਪ੍ਰੀਤਮ ਜੀ ਕਹਿੰਦੇ ਉਹ ਖਾਨ ਜੀ ਛੱਡ ਆਲਸ, ਚੱਕ ਸ਼ਾਸਤਰ ਫੜ ਹੱਥ ਵਿੱਚ, ਆ ਲੜਨਾ ਤਾਂ ਖਬਰਦਾਰ ਹੋਏ ਸ਼ਾਸਤਰ ਸੰਭਾਲੋ, ਸਭੋ ਵਾਰ ਕਾ ਆਪਨ ਪਰਹਾਰੋ। ਚੱਲ ਲਿਆ ਚੱਕ ਕੇ ਕਿਹੜਾ ਸ਼ਾਸਤਰ ਦੇ ਨਾਲ ਲੜਨਾ, ਤਲਵਾਰ ਹੈ ਕਿ ਕਮਾਨ ਹੈ ਤੇਰੇ ਕੋਲੇ। ਖਬਰਦਾਰ, ਤਿਆਰ ਪਰ ਤਿਆਰ ਹੋ ਕੇ, ਆਲਸ ਤਿਆਗ, ਚੱਕ ਸ਼ਾਸਤਰ, ਆ ਨਿਕਲ ਮੈਦਾਨ ਦੇ ਵਿੱਚ ਆ। ਮੁਗਲਾਂ ਪਠਾਨਾਂ ਦੀਆਂ ਫੌਜਾਂ ਵੀ ਅਚੰਭਤ ਹੋ ਗਈਆਂ, ਖੜ ਗਈਆਂ। ਜਿਹੜੇ ਲੜ ਰਹੇ ਸੀ ਉਹ ਵੀ ਖੜ ਗਏ, ਸਿੰਘ ਵੀ ਖੜ ਗਏ। ਕਹਿੰਦੇ ਕਮਾਲ ਹੋ ਗਈ, ਆਹ ਗੁਰੂ ਸਾਹਿਬ ਨੇ ਐਡਾ ਕਦੇ ਲਲਕਰਾ ਨਹੀਂ ਮਾਰਿਆ ਸੀ ਦੁਸ਼ਮਣ ਨੂੰ ਵੀ, ਆ ਨਿਕਲ ਬਾਹਰ ਕਹੋ ਸਤਨਾਮ। ਆਹ ਤਾਂ ਕਮਾਲ ਵਾਲੀ ਗੱਲ ਆ। ਅੱਜ ਤਾਂ ਇਹਨਾਂ ਜਰਨੈਲਾਂ ਦੇ ਜੰਗ ਹੀ ਦੇਖਾਂਗੇ, ਦੋਨਾਂ ਦੇ, ਗੁਰੂ ਸਾਹਿਬ ਦਾ ਤੇ ਸੈਦ ਖਾਨ ਦਾ।
ਜਦੋਂ ਮੇਰੇ ਪਾਤਸ਼ਾਹ ਨੇ ਕਿਹਾ ਨਿਕਲ ਬਾਹਰ, ਲਿਆ ਸ਼ਸਤਰ ਤੇਰਾ। ਸੈਦ ਖਾਨ ਵਿਦ ਸੈਨ ਤਮਾਮੂ, ਹਾਥ ਬੰਦ ਝੁਕ ਕਰਨ ਸਲਾਮੂ। ਪਹਿਲਾਂ ਤਾਂ ਉੱਥੋਂ ਹੀ ਉਹਨੇ ਜਿੱਥੇ ਖੜਾ ਸੀ ਆ ਸੈਨਾ ਦੇ ਵਿੱਚ, ਉੱਥੋਂ ਹੀ ਨਮਸਕਾਰ ਕੀਤੀ। ਇਹ ਵਾਕਿਆ ਯਾਰ, ਤੂੰ ਤਾਂ ਮੇਰੇ ਦਿਲ ਦੀਆਂ ਬੁੱਝ ਲੀਆਂ। ਮੈਂ ਤਾਂ ਆਹੀ ਭਾਲਦਾ ਸੀ ਵੀ ਤੂੰ ਆਪ ਸਾਹਮਣੇ ਆਵੇਂ ਤੇ ਮੈਂ ਸਾਹਮਣੇ ਆਵਾਂ ਤੇ ਗੱਲ ਫੇਰ ਬਣੂਗੀ। ਔਰ ਉੱਥੋਂ ਹੀ ਉਹਨੇ ਝੁਕ ਕੇ ਨਮਸਕਾਰ ਕੀਤੇ ਹੈ। ਗੁਰ ਸੂਰਜ ਕੋ ਦਿਰਸਾਈ, ਕਮਲ ਬਲੋਚਨ ਜੁਗ ਬਿਕਸਾਈ। ਝਾਕੀ ਜਾਂਦਾ ਖੜਾ ਉੱਥੇ ਹੀ, ਪਹਿਲਾਂ ਤਾਂ ਘੋੜੇ ਤੇ ਬੈਠਾ ਹੋਇਆ, ਉੱਥੇ ਹੀ ਖੜਾ ਝਾਕੀ ਜਾਂਦਾ ਹੈ। ਸੂਰਜ ਤੋਂ ਵੀ ਜ਼ਿਆਦਾ ਚਮਕਣ ਵਾਲੇ ਸੁੰਦਰ ਸਰੂਪ ਨੂੰ, ਸੁੰਦਰ ਨੇਤਰਾਂ ਨੂੰ ਵੇਖਦਾ ਹੋਇਆ। ਮਹਾ ਪ੍ਰੇਮ ਦੀ ਗਦ ਗਦ ਬਾਨੀ, ਆਨੰਦ ਚਿਤ ਤਉ ਬਗਾਨੀ। ਔਰ ਅੰਦਰੋਂ ਗਦਗਦ ਹੋ ਗਿਆ। ਜਿਹੜਾ ਪ੍ਰੇਮ ਸੀ ਅੱਜ ਪੂਰਾ ਹੋ ਰਿਹਾ। ਬੜੇ ਲੰਮੇ ਸਮੇਂ ਤੋਂ ਸਿਫਤਾਂ ਤਾਂ ਸੁਣਦਿਆਂ ਸੀਗਾ, ਜੈਸਾ ਸਤਿਗੁਰ ਸੁਣੀਦਾ, ਪਰ ਦੇਖਣ ਦਾ ਸਮਾਂ ਅੱਜ ਆਇਆ। ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ, ਹਰ ਦਰਗਾਹ ਕਾ ਬੈਸੀਠ। ਬੈਸੀਠ ਹੁੰਦਾ ਵਿਚੋਲਾ। ਇਹ ਗੁਰੂ ਦਰਗਾਹ ਦਾ ਤੇ ਮਾਤ ਲੋਕ ਦੋਨਾਂ ਦਾ ਵਿਚੋਲਾ ਹੈ। ਸਾਨੂੰ ਉੱਥੇ ਲਿਜਾਣ ਵਾਸਤੇ ਆਇਆ। ਕੋ ਸਤਨਾਮ। ਮੇਰੇ ਪ੍ਰੀਤਮ ਜੀ ਨੇ ਜਦ ਇੱਦਾਂ ਕਿਹਾ, ਉੱਥੋਂ ਝੁੱਕ ਕੇ ਸਲਾਮਾਂ ਕਰੀ ਜਾਂਦਾ ਖੜਾ, ਔਰ ਦਰਸ਼ਨ ਕਰੀ ਜਾਂਦਾ। ਰੱਜ ਕੇ ਦਰਸ਼ਨ ਕਰਨ ਦੀ ਇੱਛਾ ਹੈ ਜਿਹੜੇ। ਖੁਦਾਇਤ ਦੀ ਖੁਦਾਇਤ ਬਜਨਸ ਬੰਦੇ, ਬਜਨਸ ਖੁਦਾਈ ਮਰੀਦ ਜਿੰਦੇ। ਆਪਣੀ ਬੋਲੀ ਫਾਰਸੀ ਦੇ ਵਿੱਚ ਇੱਕ ਬਚਨ ਲਿਖਿਆ ਹੈ, ਖੁਦਾਏ ਦੀ ਖੁਦਾਇਤ ਬਜਨਸ ਬੰਦ ਹੈ। ਇਹ ਬੰਦਾ ਖੁਦਾ ਦੀ ਖੁਦਾਈ ਦੇ ਹੂ ਬਹੂ। ਹਾਂ, ਇਨ ਬਿਨ ਤੇ ਹੂ ਬਹੂ ਇਹ ਖੁਦਾ ਹੈ ਯਾਰ। ਇਹ ਤਾਂ ਗੁਰੂ, ਜਿਵੇਂ ਮੇਰੀ ਭੈਣ ਕਹਿੰਦੀ ਸੀਗੀ, ਉਹ ਅੱਲਾ ਦਾ ਰੂਪ ਹੈ, ਖੁਦਾ ਰੂਪ ਹੈ, ਤੂੰ ਫੜਨ ਚੱਲਿਆ ਉਸ ਨੂੰ। ਠੀਕ ਹੈ, ਚਲਿਆ ਜਾ, ਦਰਸ਼ਨ ਕਰਕੇ ਆਈ, ਪਰ ਫੜਨ ਵਾਲਾ ਫੁਰਨਾ ਤਿਆਗ ਦੇ। ਕੋ ਸਤਨਾਮ। ਸੁਰਤ ਨਾਲ ਫੜ, ਜੇ ਫੜਨਾ ਤਾਂ ਦੁਸ਼ਮਣੀ ਨਾਲ ਨਹੀਂ ਫੜਨਾਗਾ। ਤੇ ਵਾਕਿਆ ਹੀ ਗੱਲ ਬਣ ਗਈ ਆ, ਔਰ ਗਦਗਦ ਹੋ ਗਿਆ। ਇਹ ਤਾਂ ਲੱਗਦਾ ਹੈ ਖੁਦਾਈ ਦਾ ਖੁਦਾ ਆ ਗਿਆ ਹੈ। ਇਹ ਮਨੁੱਖ ਨਹੀਂ ਹੈ ਜੋ ਮਰੀਦਾਂ ਨੂੰ ਜਿੰਦਾ ਕਰਦਾ ਹੈ। ਗੁਰੂ ਸਾਹਿਬ ਜੀਵਨ ਦਿੰਦੇ ਆ, ਜੰਗ ਦੇ ਮੈਦਾਨ ਵਿੱਚ ਵੀ ਜੀਵਨ ਦਿੰਦੇ ਆ। ਦੁਸ਼ਮਣ ਤਾਂ ਮਾਰਦਾ ਹੈ ਦੁਸ਼ਮਣ ਨੂੰ, ਪਰ ਗੁਰੂ ਦੁਸ਼ਮਣੀ ਨਹੀਂ ਕਰਦੇ ਕਿਸੇ ਨਾਲ ਵੀ। ਇਸ ਕਰਕੇ ਇਹ ਤਾਂ ਜੀਵਨ ਦਿਆਤੇ ਹਨ। ਮੈਂ ਸਮਝਦਾ ਮੋਤੀ ਮਨ ਆਵੇ, ਰਬ ਕਦੀ ਉਤੁ ਜਥਾ ਕਿਮ ਪਾਵੇ। ਮੈਂ ਇਹਨਾਂ ਦੇ ਸਾਹਮਣੇ ਕੁਛ ਵੀ ਨਹੀਂ। ਮੈਂ ਇਹਨਾਂ ਦੀ ਬਰਾਬਰੀ ਕਿੱਥੇ ਕਰ ਸਕਦਾ? ਮੈਂ ਤਾਂ ਇਹਨਾਂ ਦੇ ਸਾਹਮਣੇ ਖੜ ਨਹੀਂ ਸਕਦਾ। ਇਹਨਾਂ ਦੇ ਨੇਤਰਾਂ ਦੀ ਝਾਲ ਨਹੀਂ ਝੱਲੀ ਜਾਂਦੀ। ਕਿਹੜਾ ਝੱਲੇ ਗੁਰੂ ਦੀ ਝਾਲਾ? ਤਾਂ ਕਹਿੰਦਾ ਮੈਥੋਂ ਇਹਨਾਂ ਦੀ ਬਰਾਬਰੀ ਕਿੱਥੇ ਹੋਣੀ ਆ। ਇਹ ਸੂਰਜ ਮੈਂ ਟਟਿਆਣਾ, ਕਦੇ ਉਹ ਟਟਿਆਣਾ ਹੁੰਦਾ। ਕਹਿੰਦਾ ਟਟਿਆਣੇ ਦੀ ਤੇ ਸੂਰਜ ਦੀ ਕਾਹਦੀ ਬਰਾਬਰੀ ਆ। ਮਿੱਤਰਾ, ਤੂੰ ਤਾਂ ਇਹਦੇ ਸਾਹਮਣੇ ਖੜ ਵੀ ਨਹੀਂ ਸਕਦਾ। ਸ਼ਸਤਰ ਚਲਾਉਣਾ ਦੂਰ ਦੀ ਗੱਲ ਆ। ਕਲ ਗੀਤਰ ਬਹੁਤ ਉਚਾਰਾ, ਸੁਣੋ ਖਾਨ ਜੀ ਬਾਪੂ ਹਮਾਰਾ। ਉਹ ਖੜਾ ਡੁੱਬਿਆ ਪਿਆ ਦਰਸ਼ਨਾਂ ਦੇ ਵਿੱਚ। ਉਹਦੀ ਫੌਜ ਵੀ ਦੇਖ ਰਹੀ ਹੈ। ਸਾਡਾ ਜਰਨੈਲ ਲੱਗਦਾ ਡਰ ਗਿਆ, ਨਿਕਲਦਾ ਨਹੀਂ। ਗੁਰੂ ਸਾਹਿਬ ਨੇ ਦੂਜਾ ਲਲਕਰਾ ਮਾਰਿਆ, ਦੂਜੀ ਵਾਰ ਆਵਾਜ਼ ਮਾਰੀ, ਖਾਨ ਜੀ ਸੁਣਿਆ ਨਹੀਂ? ਉਹ ਲੜਨ ਵਾਸਤੇ ਆਇਆ, ਤੂੰ ਬਾਹਰ ਨਿਕਲ। ਰੇ ਬੋਡੇਰੀ ਦਾਰੀ, ਜੰਗ ਜੀਤ ਬੂ ਪਾਪੂਦਾਰੀ। ਕਹਿੰਦੇ ਜੰਗ ਜਿੱਤਣ ਤੋਂ ਫਿਰ ਅਲੱਗ ਰਹਿਣਾ। ਤੂੰ ਲੜਨ ਵਾਸਤੇ ਆਇਆ ਤੇ ਖੜਾ ਉੱਥੇ। ਮੈਂ ਦੂਜੀ ਵਾਰ ਤੈਨੂੰ ਕਹਿ ਰਿਹਾ ਬਾਹਰ ਨਿਕਲ ਕੇ ਆ। ਜੇ ਤੂੰ ਜਰਨੈਲ ਬਣਿਆ, ਡੇਰੇਦਾਰ ਹੁੰਦਾ ਜਰਨੈਲ, ਭਾਵ ਡੇਰੇ ਦਾ ਮਾਲਕ ਹੁੰਦਾ, ਉਹਨੂੰ ਡੇਰੇਦਾਰ ਕਹਿ ਦਈਏ ਆਪਾਂ, ਫੌਜ ਦੇ ਜਰਨੈਲ ਕਹਿੰਦੇ ਆ। ਕਹਿੰਦੇ ਇੱਕ ਵਾਰੀ ਤੂੰ ਮੁਗਲਾਂ ਦੀ ਫੌਜ ਵੀ ਚਾਕਰ ਬਣੇ ਹੈ, ਨੌਕਰ ਬਣੇ ਹੈ, ਤੈਨੂੰ ਫੌਜ ਦਾ ਜਰਨੈਲ ਬਣਾ ਕੇ ਭੇਜਿਆ ਹੈ, ਤੇ ਤੂੰ ਜੰਗ ਜਿੱਤਣ ਵਾਸਤੇ ਆਇਆ ਹੈ, ਤੇ ਤੂੰ ਬਾਹਰ ਕਿਉਂ ਨਹੀਂ ਨਿਕਲਦਾ? ਬਾਤ ਤਜ ਦਿਓ ਤੁਰੰਗਮ, ਚੋਰ ਦਿਓ ਆਪਣੋ ਸੰਗਮ। ਜਦੋਂ ਦੂਜੀ ਵਾਰ ਪਾਤਸ਼ਾਹ ਨੇ ਕਿਹਾ ਨਾ, ਉਹ ਘੋੜਾ ਨਹੀਂ ਗਾਂ ਲੈ ਕੇ ਆਉਂਦਾ, ਘੋੜੇ ਤੇ ਰਕਾਬ ਤੇ ਪੈਰ ਪਾ ਕੇ ਉਤਰ ਗਿਆ, ਔਰ ਉਤਰ ਕੇ ਤੁਰ ਕੇ ਸਤਿਗੁਰਾਂ ਦੇ ਵੱਲ ਆ ਰਿਹਾ ਜੀ। ਕਮਲ ਸੰਬਗਰੀ ਆਏ, ਉੱਪਰ ਰੱਖੇ ਉਹ ਸੀਸ ਟਿਕਾਏ। ਸਤਿਗੁਰੂ ਜਾਹੋ ਜਲਾਲ ਦੇ ਨਾਲ ਖੜੇ ਆ। ਜਿਹੜੇ ਦਰਸ਼ਨ ਚਾਹੁੰਦਾ ਹੈ ਸੈਦ ਖਾਨ, ਉਹਨੂੰ ਉਹ ਚਮਕਦੇ ਦਰਸ਼ਨ ਦੇ ਰਹੇ ਆ। ਕੋ ਸਤਨਾਮ। ਚਿਹਰਾ ਉਹਨਾਂ ਦਾ ਸੂਰਜ ਦੀ ਨਿਆਈ ਦਮਕਦਾ, ਔਰ ਉਹ ਦਰਸ਼ਨ ਚਾਹੁੰਦਾ ਸੀ ਤੇ ਸਤਿਗੁਰ ਨੇ ਵੀ ਦੇ ਦਿੱਤੇ। ਪਰ ਫੌਜਾਂ ਨੂੰ ਕੋਈ ਸਮਝ ਨਹੀਂ ਆ ਰਹੀ ਕੀ ਹੋ ਰਿਹਾ। ਕੋ ਸਤਨਾਮ। ਮੁਗਲ ਫੌਜਾਂ ਵੀ ਖੜੀਆਂ ਦੇਖ ਰਹੀਆਂ।
ਗੁਰੂ ਕੀਆਂ ਫੌਜਾਂ ਵੀ ਖੜੀਆਂ ਦੇਖ ਰਹੀਆਂ ਔਰ ਇਸ ਜਰਨੈਲ ਨੇ ਆ ਕੇ ਸਤਿਗੁਰਾਂ ਦੇ ਰਕਾਬ ਦੇ ਵਿੱਚ ਰੱਖਿਆ ਹੋਇਆ ਚਰਨ ਫੜਿਆ ਤੇ ਆਪਣਾ ਮੱਥਾ ਉੱਤੇ ਰੱਖਿਆ ਹੈ ਜੀ। ਆਦੇ ਆਨੰਦ ਕੈ ਅਸ਼ੁਰ ਚਾਲੀ ਜਿਸ ਤੇ ਪਦ ਸਮ ਪਦਮ ਬਖਾਲੀ। ਔਰ ਇੰਨਾ ਆਨੰਦ ਵਿੱਚ ਡੁੱਬ ਗਿਆ, ਇੰਨਾ ਆਨੰਦ ਵਿੱਚ ਡੁੱਬ ਗਿਆ, ਗਲਾ ਭਰ ਆਇਆ, ਅੱਖਾਂ ਦੇ ਵਿੱਚੋਂ ਇੰਨਾ ਪਾਣੀ ਧਾਰਾਂ ਬਹਿ ਕੇ ਚੱਲਿਆ ਕਿ ਸਤਿਗੁਰਾਂ ਦਾ ਚਰਨ ਧੋ ਦਿੱਤਾ ਇਸ ਨੇ। ਮਾਰਨ ਮਰ ਵੇਕੂ ਗਹਿ ਬੈਰ ਤੈ ਕਰ ਪ੍ਰੇਮ ਲੀਨ ਵਡ ਖੈਰ। ਜਿਹੜਾ ਮਰਨ ਦੀ ਦੁਸ਼ਮਣੀ ਲੈ ਕੇ ਆਇਆ ਸੀਗਾ ਉਹ ਦੁਸ਼ਮਣੀ ਤਾਂ ਪ੍ਰੇਮ ਨੇ ਖਤਮ ਕਰ ਦਿੱਤੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਪੰਜਾਂ ਨੂੰ ਕਨਵਰਟ ਕੀਤਾ ਜਾ ਸਕਦਾ। ਦੁਨੀਆ ਕਹਿੰਦੀ ਨਾ ਮਰ ਗਿਆ ਸਾਡੇ ਅੰਦਰੋਂ, ਇਹ ਮਰਦੇ ਨਹੀਂ, ਇਹ ਬਦਲ ਜਾਂਦੇ ਆ। ਜਿਸ ਤਰ੍ਹਾਂ ਵੈਦ ਲੋਕ ਜ਼ਹਿਰਾਂ ਨੂੰ ਮਾਰ ਕਰਕੇ, ਪਾਰੇ ਨੂੰ ਮਾਰ ਕਰਕੇ ਉਹਨਾਂ ਦੀਆਂ ਦਵਾਈਆਂ ਬਣਾਉਂਦੇ ਆ। ਜੇ ਉਹ ਕੱਚਾ ਪਾਰਾ ਖਾਧਾ ਜਾਵੇ ਤੇ ਜੋੜਾਂ ਵਿੱਚ ਬਹਿ ਕੇ ਦਰਦ ਪੈਦਾ ਕਰਦਾ ਹੈ, ਜੇ ਉਸੇ ਪਾਰੇ ਨੂੰ ਵੈਦ ਲੋਕ ਮਾਰ ਕੇ ਦੇ ਦੇਣ ਤੇ ਉਹ ਦਰਦਾਂ ਨੂੰ ਖਤਮ ਕਰਦਾ। ਕੋਈ ਸਤਨਾਮ, ਗੋਡਿਆਂ ਦੇ ਜੋੜਾਂ 'ਚ ਫਸ ਜਾਂਦਾ ਕੱਚਾ। ਇਸੇ ਤਰ੍ਹਾਂ ਹੀ ਇਹ ਕਾਮ ਹੈ, ਇਹਨੂੰ ਮਾਰ ਕੇ ਪਰਮੇਸ਼ਰ ਦੇ ਵੱਲ ਧਿਆਨ ਵਧਾਇਆ ਜਾ ਸਕਦਾ ਹੈ। ਕ੍ਰੋਧ ਹੈ, ਇਹਨੂੰ ਨਿਮਰਤਾ ਨਾਲ ਮਾਰਿਆ ਜਾ ਸਕਦਾ ਹੈ। ਲੋਭ ਹੈ, ਇਹਨੂੰ ਵੀ ਗੁਰੂ ਪਿਆਰਿਓ ਸੰਤੋਖ ਦੇ ਨਾਲ ਮਾਰਿਆ ਜਾ ਸਕਦਾ ਹੈ। ਮੋਹ ਹੈ ਜਿਹੜਾ, ਇਹਨੂੰ ਪ੍ਰੇਮ ਨਾਲ ਮਾਰਿਆ ਜਾ ਸਕਦਾ। ਮੋਹ ਹੁੰਦਾ ਹੈ ਖੂਹ ਦਾ ਡੱਡੂ ਤੇ ਪ੍ਰੇਮ ਹੈ ਆਲ ਵਰਲਡ ਦੇ ਨਾਲ। ਕੋ ਸਤਨਾਮ। ਪ੍ਰੇਮ ਹੈ ਸਾਰੇ ਸੰਸਾਰ ਦੇ ਨਾਲ, ਮੋਹ ਹੈ ਕੇਵਲ ਆਪਣੇ ਬੱਚਿਆਂ ਨਾਲ। ਆਪਣੇ ਜਵਾਕਾਂ ਨੂੰ ਦੇਵਾਂਗੇ ਆ ਤਾਂ ਆਪਣੇ ਜਵਾਕਾਂ ਵਾਸਤੇ ਲੈ ਕੇ ਚੱਲਦੇ ਆ, ਆ ਤਾਂ ਵਧੀਆ ਬਰਫੀ ਡੱਬਾ ਆ ਗਏ ਆਪਣੇ ਬੱਚਿਆਂ ਨੂੰ ਖਵਾਵਾਂਗੇ। ਕੋ ਸਤਨਾਮ। ਇਹਨੂੰ ਕਹਿੰਦੀ ਆ ਮੋਹ। ਤੇ ਪ੍ਰੇਮ ਕਹਿੰਦੇ ਆ ਭਈ ਆ ਤਾਂ ਸੰਗਤ ਨੂੰ ਵਰਤਾਓ, ਬਹੁਤ ਸਵਾਦਲਾ ਭੋਜਨ ਹੈ। ਕੋ ਸਤਨਾਮ। ਸੰਗਤ ਨੂੰ ਛਕਾਈਏ, ਗੁਰੂ ਸੰਗਤ ਵਿੱਚ ਦਿਸਦਾ ਹੈ। ਇਸ ਕਰਕੇ ਗੁਰੂ ਕਿਰਪਾ ਕਰਨ ਖੈਰ ਮਨੋਂ ਬਿਰਤੀਆਂ ਉੱਥੇ ਰੱਖੀਏ। ਤਾਂ ਇਸ ਦਾ ਜਿਹੜਾ ਵੈਰ ਸੀਗਾ ਉਹ ਪ੍ਰੇਮ ਨੇ ਖਤਮ ਕਰ ਦਿੱਤਾ ਹੈ। ਜਨਮ ਸੇ ਕਸ਼ਰੀ ਗੁਰ ਕੂ ਜਾਗ ਉਠਿਓ ਅੰਕੁਰ ਸੁਕੁਰ ਕੂ। ਅੰਕੁਰ ਦਾਣੇ ਦਾ ਫੁੱਟਣਾ, ਜੋ ਦਾਣਾ ਫੁੱਟਦਾ ਹੈ ਫਿਰ ਆਪਣੇ ਵਰਗੇ ਹੋਰ ਅਨੇਕਾਂ ਪੈਦਾ ਕਰ ਲੈਂਦਾ ਹੈ। ਪਰ ਪੂਰਬ ਕਰਮ ਅੰਕੁਰ ਜਾਂ ਪ੍ਰਗਟੇ, ਜਦੋਂ ਸਾਡੇ ਪੂਰਬਲੇ ਕਰਮ ਫੁੱਟਦੇ ਆ ਫਿਰ ਪਰਮੇਸ਼ਰ ਦੇ ਪਿਆਰਿਆਂ ਦਾ ਮਿਲਾਪ ਹੁੰਦਾ। ਕੋ ਸਤਨਾਮ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਜਨਮ ਜਨਮ ਕੀ ਸੋਈ ਜਾਗੀ। ਸਾਡੀ ਸੁੱਤੀ ਹੋਈ ਆਤਮਾ ਜਾਗ ਪੈਂਦੀ ਹੈ। ਲੱਗਦਾ ਸੈਦ ਖਾਨ ਦੀ ਆਤਮਾ ਜਾਗ ਪਈ ਹੈ, ਜਿਹੜੀ ਸੁੱਤੀ ਹੋਈ ਸੀ, ਜਿਹਦੇ ਉੱਤੇ ਕ੍ਰੋਧ ਦਾ ਬੜਾ ਗਲਬਾ ਪਿਆ ਹੋਇਆ ਸੀਗਾ, ਜਿਹਦੇ ਉੱਤੇ ਆਪਣੇ ਮਾਣ ਸੀਗਾ, ਮੇਰੀ ਜਵਾਨੀ ਦੇ ਉੱਤੇ ਮੈਂ ਤਕੜਾ, ਮੈਂ ਜਾਂਦਾ ਗੁਰੂ ਗੋਬਿੰਦ ਸਿੰਘ ਨੂੰ ਫੜ ਲੈਣਾ ਹੈ। ਉਹ ਜਾਗ ਪਈ ਆ, ਸੁਚੇਤ ਹੋ ਗਈ ਆ, ਅੰਕੁਰ ਫੁੱਟਿਆ। ਕੋਈ ਪਿਛਲੇ ਜਨਮ ਦਾ, ਇਹ ਵੀ ਕਿਤੇ ਗੁਰੂ ਨਾਨਕ ਦੇ ਘਰ ਦਾ ਸਿੱਖ ਸੀ। ਪਹਿਲਾਂ ਕਹਿੰਦੇ ਜੂ ਦੋਸ਼ ਦੇ ਪਾਏ ਤੁਰਕ ਤਨ ਤਪਦ ਲਾਗੀ ਰਹੀ ਲਗਨ ਮਨ। ਪਤਾ ਨਹੀਂ ਕਿਹੜੀ ਗਲਤੀ ਕਾਰਨ ਇਸ ਨੂੰ ਮੁਗਲਾਂ ਦੇ ਘਰੇ ਜਨਮ ਲੈਣਾ ਪਿਆ, ਪਰ ਫਿਰ ਵੀ ਅੰਦਰੋਂ ਸੁਰਤ ਜੁੜੀ ਰਹੀ, ਆਪਣੇ ਉਸ ਪਿਆਰੇ ਨੂੰ ਭਾਲਦੀ ਰਹੀ, ਲੱਭਦੀ ਰਹੀ। ਭੂਤ ਭਵਿੱਖਤ ਕੀ ਗੁਰ ਗਿਆਤੀ ਕਰਮ ਜੁਟੋਬਤ ਤਿਸਤੀ ਜਾਤੀ। ਭੂਤ ਭਵਿੱਖਤ ਕੇ ਗੁਰ ਗਿਆਤੇ। ਸਤਿਗੁਰੂ ਤਾਂ ਫਿਰ ਬੀਤੇ ਹੋਏ ਤੇ ਆਉਣ ਵਾਲੇ ਸਮੇਂ ਦੇ ਵੀ ਜਾਣਕਾਰ ਹੈ, ਉਹ ਤਾਂ ਸਭ ਜਾਣਦੇ ਆ। ਇਸ ਕਰਕੇ ਕਰਮ ਸ਼ੁਭ ਅਸ਼ੁਭ ਤਿਸ ਤੇ ਸਭ ਜਾਤੇ। ਗੁਰੂ ਦੇ ਕੋਲੋਂ ਸਾਨੂੰ ਚੰਗੇ ਮਾੜੇ ਕਰਮਾਂ ਦਾ ਪਤਾ ਵੀ ਲੱਗ ਸਕਦਾ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਆਪਾਂ ਹੀ ਆਪਾਂ ਭਾਂਡੇ ਆ ਸਾਰੇ, ਤੇ ਗੁਰੂ ਜਿਹੜਾ ਇਹ ਸਾਡੇ ਭਾਂਡਿਆਂ ਨੂੰ ਵੇਖਦਾ। ਜਿਹੜਾ ਭਾਂਡਿਆਂ ਨੂੰ ਚੰਗਾ ਲੱਗਦਾ ਉੱਥੇ ਆਪਦੀ ਜੋਤ ਰੱਖ ਲੈਂਦਾ। ਕੋ ਸਤਨਾਮ। ਘਰੇ ਲੋਕ ਜੋਤ ਨਹੀਂ ਜਗਾਉਂਦੇ, ਕੋਈ ਨਿੱਕੀ ਜਿਹੀ ਕੌਲੀ ਪਸੰਦ ਆ ਜਾਵੇ, ਉਹ ਆ ਤਾਂ ਵਧੀਆ, ਆਪਾਂ ਇਹਦੇ ਵਿੱਚ ਜੋਤ ਜਗਾਇਆ ਕਰੀਏ। ਗੁਰੂ ਨਾਨਕ ਨੇ ਭਾਂਡੇ ਵੇਖੇ ਬਹੁਤ, ਪਰ ਉਹਨਾਂ ਨੂੰ ਭਾਂਡਾ ਭਾ ਗਿਆ ਲਹਿਣਾ ਜੀ ਵਾਲਾ, ਤੇ ਆਪਣੀ ਜੋਤ ਉੱਥੇ ਰੱਖ ਦਿੱਤੀ। ਕੋ ਸਤਨਾਮ। ਲਹਿਣਾ ਜੀ ਨੂੰ ਭਾ ਗਿਆ ਗੁਰੂ ਅਮਰਦਾਸ, ਤੇ ਅਮਰਦਾਸ ਜੀ ਨੂੰ ਭਾ ਗਿਆ ਜੇਠੇ ਦਾ ਪਿਆਰ। ਕੋ ਸਤਨਾਮ। ਤੇ ਰਾਮਦਾਸ ਪਾਤਸ਼ਾਹ ਨੂੰ ਤਿੰਨਾਂ ਪੁੱਤਰਾਂ 'ਚੋਂ ਭਾ ਗਿਆ ਛੋਟਾ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ। ਤੇ ਅਰਜਨ ਦੇਵ ਜੀ ਦੀ ਜੋਤ 6ਵੇਂ ਪਾਤਸ਼ਾਹ ਵਿੱਚ ਰੱਖੀ ਗਈ, ਤੇ 6ਵੇਂ ਪਾਤਸ਼ਾਹ ਦੇ 5 ਪੁੱਤਰ ਤੇ ਕਈ ਪੋਤਰੇ ਸਨ, ਪਰ ਉਹਨਾਂ ਨੂੰ ਭਾ ਗਿਆ ਗੁਰੂ ਪਿਆਰਿਓ ਹਰ ਰਾਏ ਸਾਹਿਬ। ਕੋ ਸਤਨਾਮ। ਉਹਨਾਂ ਨੇ ਹਰ ਰਾਏ ਦੇ ਵਿੱਚ ਆਪਣੀ ਜੋਤ ਰੱਖੀ, ਤੇ ਹਰ ਰਾਏ ਸਾਹਿਬ ਨੂੰ ਵੀ ਛੋਟੇ ਪੁੱਤਰ ਦੇ ਵਿੱਚ ਜੋਤ ਰੱਖਣਾ ਵਧੀਆ ਲੱਗਿਆ, ਤੇ ਉਹਨਾਂ ਨੇ ਉਹ 'ਚ ਰੱਖ ਦਿੱਤੀ।
8ਵੇਂ ਪਾਤਸ਼ਾਹ ਜੀ ਨੇ ਆਖਰੀ ਸਮਾਂ ਦੇਖਿਆ, ਹੁਣ ਇਹ ਜੋਤ ਅੱਗੇ ਰੱਖੀਏ, ਧਿਆਨ ਮਾਰਿਆ, ਨੇੜੇ ਕੋਈ ਨਹੀਂ, ਬੜੀ ਦੂਰ ਬੈਠਾ ਜਿੱਥੇ ਜੋਤ ਰੱਖਣੀ ਹੈ। ਨੇਤਰ ਬੰਦ ਕਰਕੇ ਕਹਿੰਦੇ ਬਾਬਾ ਬਕਾਲੇ, ਔਰ ਜੋਤ ਭੇਜਤੀ ਗੁਰੂ ਤੇਗ ਬਹਾਦਰ ਜੋ ਬਕਾਲਾ ਸਾਹਿਬ ਦੇ ਵਿੱਚ ਇੱਕ ਭੋਰੇ ਵਿੱਚ ਬੈਠ ਕੇ ਪਿਛਲੇ 26 ਸਾਲਾਂ ਤੋਂ ਤਪੱਸਿਆ ਕਰ ਰਹੇ ਸੀ। ਕਹੋ ਸਤਨਾਮ ਸੀ। ਤੇ 10ਵੇਂ ਪਾਤਸ਼ਾਹ ਨੇ ਉਹ ਜੋਤ ਆਪਣੇ ਸਪੁੱਤਰ ਗੁਰੂ ਗੋਬਿੰਦ ਸਿੰਘ ਵਿੱਚ ਰੱਖ ਦਿੱਤੀ। ਤੇ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਤੇ ਫਿਰ ਦੇਖਿਆ ਵੀ ਕਿਹਦੇ ਵਿੱਚ ਰੱਖਾਂ ਹੁਣ। ਪੰਚਾਇਤ ਲੱਭੀ ਇੱਕ, ਔਰ ਪ੍ਰੀਖਿਆ ਵੀ ਕੈਸੀ ਪਾਈ, ਪੇਪਰ ਵੀ ਕੈਸਾ ਪਾਇਆ। ਕਹਿੰਦੇ ਮੇਰੇ ਤਲਵਾਰ ਸਿਰ ਮੰਗਦੀ ਹੈ, ਜੇ ਕਹਿੰਦੇ ਮੈਂ ਤੁਹਾਨੂੰ ਨਾ ਸੋਹਣੇ ਜੇ ਬਣਾ ਕੇ ਕੱਪੜੇ ਪਵਾਉਂਗਾ, 5 ਪਿਆਰੇ ਬਣਾਉਂਗਾ, ਔਰ ਮੈਨੂੰ 5 ਬੰਦੇ ਚਾਹੀਦੇ ਆ, ਤੇ ਉੱਥੇ ਤਾਂ ਹਜ਼ਾਰਾਂ ਹੀ ਖੜੇ ਹੋ ਜਾਂਦੇ। ਕੋਈ ਸਤਨਾਮ, ਬੰਦੇ 5 ਚਾਹੀਦੇ ਸੀ। ਤੇ ਫਿਰ ਕਹਿੰਦੇ ਵੀ ਮੇਰੀ ਤਲਵਾਰ ਸਿਰ ਮੰਗਦੀ ਹੈ, ਜਿਹੜਾ ਮਰਨ ਨੂੰ ਤਿਆਰ ਹੈ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਧਲੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਿਰ ਦੇ ਕੇ ਵੀ ਇਹ ਨਾ ਕਹਿੰਦੀ ਮੈਂ ਸਿਰ ਦਿੱਤਾ, ਇਹਦਾ ਮੁੱਲ ਸਿਰ ਸੁਰ ਨਹੀਂ ਹੈਗਾ, ਇਹ ਤਾਂ ਜ਼ਿੰਦਗੀ ਦੇ ਕੇ ਵੀ ਮਿਲ ਜੇ ਤਾਂ ਸਸਤਾ ਹੀ ਜਾਣੋ। ਕੋਈ ਸਤਨਾਮ ਸੀ। ਸਿਰ ਦੀਜੈ ਕਾਣ ਨਾ ਕੀਜੈ। ਤਾਂ ਫਿਰ ਉਹ ਸਿਰ ਦੇਣ ਵਾਲੇ ਨਿਕਲੇ 5, ਉਹਨਾਂ 5 ਨੂੰ ਸਾਜਿਆ। ਤਾਂ ਸਤਿਗੁਰਾਂ ਨੇ ਉਹ ਆਪਣੀ ਜੋਤ ਜਿਹੜੀ ਹੈ ਰੱਬੀ ਜੋਤ 5 ਪਿਆਰੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਰੱਖ ਦਿੱਤੀ। ਆਤਮਾ ਗ੍ਰੰਥ ਤੇ ਸਰੀਰ ਮੇਰਾ ਪੰਥ ਜਾਣੋ। ਮੇਰਾ ਜਿਹੜਾ ਅਸਲੀ ਸਰੂਪ ਹੈ ਸਿੱਖੋ, ਮੈਂ ਸ਼ਬਦ ਹਾਂ। ਆਖਰੀ ਸਮੇਂ ਦੱਸਿਆ ਮੈਂ ਸ਼ਬਦ ਹਾਂ, ਤੁਸੀਂ ਮੈਨੂੰ ਸਰੀਰ ਕਰਕੇ ਨਾ ਪੂਜੀ ਜਾਇਓ। ਮੇਰਾ ਰੂਪ ਗ੍ਰੰਥ ਜੀ ਜਾਣ, ਇਸ ਮੈਂ ਭੇਦ ਨਾ ਰੰਚ ਕਮਾਣ। ਜੋ ਮੁਝ ਬਚਨ ਕਰਨ ਕੀ ਚਾਹੇ, ਗ੍ਰੰਥ ਵਿਚਾਰ ਸੁਣੋ ਚਿਤ ਲਾਏ। ਆਤਮਾ ਗ੍ਰੰਥ ਤੇ ਸਰੀਰ ਮੇਰਾ ਪੰਥ ਜਾਣੋ। ਇਸ ਕਰਕੇ 5 ਪਿਆਰਿਆਂ ਦੀ ਵੀ ਲੋੜ ਸੀ, ਤਾਂ ਕਿ ਗੁਰੂ ਦੇ ਬਾਰੇ ਉਹ ਦੱਸਣਗੇ ਅੱਗੇ। ਕਹੋ ਸਤਨਾਮ। ਤੋ ਆਪਣੀ ਜੋਤ ਉੱਥੇ ਰੱਖ ਦਿੱਤੀ। ਖੈਰ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਔਰ ਗੁਰੂ ਦੀ ਪਾਵਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰੱਖ ਦਿੱਤੀ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਮੇਰੇ ਪ੍ਰੀਤਮ ਜੀ ਕਹਿੰਦੇ ਐਸਾ ਪ੍ਰੇਮ ਦੀਆਂ ਤਰੰਗਾਂ ਉੱਠੀਆਂ, ਜਿਨ੍ਹਾਂ ਨੇ ਵੈਰ ਨੂੰ ਖਤਮ ਕਰਕੇ ਧੋ ਦਿੱਤਾ ਹੈ ਅੰਦਰੋਂ। ਦੁਸ਼ਮਣ ਨੂੰ ਇੱਦਾਂ ਵੀ ਮਾਰਿਆ ਜਾ ਸਕਦਾ ਹੈ, ਜ਼ਰੂਰੀ ਨਹੀਂ ਵੀ ਧੌਣ ਵੱਢ ਕੇ ਦੁਸ਼ਮਣ ਮਾਰਨਾ। ਦੁਸ਼ਮਣ ਨੂੰ ਪ੍ਰੇਮ ਨਾਲ ਵੀ ਮਾਰਿਆ ਜਾ ਸਕਦਾ, ਨਾਲੇ ਜਿਉਂਦਾ ਰਹਿ ਜੇ, ਨਾਲੇ ਦੁਸ਼ਮਣੀ ਖਤਮ ਹੋ ਜੇ। ਕੋਈ ਸਤਨਾਮ। ਮਿੱਤਰ ਵੀ ਬਣ ਸਕਦਾ ਦੁਸ਼ਮਣ। ਇੱਦਾਂ ਦਾ ਹਾਲ ਸੈਦ ਖਾਨ ਪਠਾਨ ਦਾ ਹੋਇਆ। ਇਹੋ ਜਦੋਂ ਪ੍ਰੇਮ ਦਾ ਪ੍ਰਵਾਹ, ਪ੍ਰੇਮ ਦੀ ਨਦੀ ਅੰਦਰ ਚੱਲੀ, ਤੇ ਜਿੰਨੀ ਕਾਲ ਸੰਦਰ ਪਈ ਸੀ ਉਹ ਸਾਰੀ ਧੋਤੀ ਗਈ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਫਿਰ ਕਿਵੇਂ ਧੋਤਾ ਗਿਆ? ਗੁਰੂ ਦੁਆਰੇ ਹੋਏ ਸੋਝੀ ਪਾਈ ਸੀ, ਇਹ ਦੁਆਰੇ ਧੋਏ ਹੱਛਾ ਹੋਏ ਸੀ। ਮੇਰੇ ਹੱਛੇ ਦਾ ਵਿਚਾਰ ਆਪ ਵਰਤਾਏ ਸੀ। ਤੇ ਗੁਰੂ ਦੱਸੂਗਾ ਫਿਰ ਕਿਵੇਂ ਸਾਫ਼ ਹੁੰਦਾ। ਤੇ ਆਹ ਕਰਤਾ ਸਾਹਮਣੇ ਸੈਦ ਖਾਨ ਨੂੰ ਸਾਫ਼, ਜਿਹੜਾ ਲੱਖਾਂ ਦੀ ਫੌਜ ਲੈ ਕੇ ਗੁਰੂ ਨੂੰ ਫੜਨ ਆਇਆ ਸੀ। ਸਾਰੀ ਅੰਦਰੋਂ ਦੁਸ਼ਮਣੀ ਖਤਮ ਹੋ ਗਈ ਜੀ। ਹੁਣ ਜਦੋਂ ਵੀ ਸ਼ਰਨ ਵਿੱਚ ਹੀ ਆ ਗਿਆ, ਤੇ ਫਿਰ ਗੁਰੂ ਤਲਵਾਰ ਥੋੜ੍ਹੇ ਮਾਰੇਗਾ। ਫਿਰ ਗੁਰੂ ਨੇ ਸਿਰ ਤੇ ਹੱਥ ਰੱਖ ਦਿੱਤਾ। ਕਹੋ ਸਤਨਾਮ। ਤੇ ਗੁਰੂ ਬੈਠਾ ਘੋੜੇ ਤੇ ਸੈਦ ਖਾਨ ਖੜਾ ਚਰਨਾਂ 'ਚ, ਤੇ ਸਿਰ ਪਿਆ ਸਤਿਗੁਰਾਂ ਦੇ ਚਰਨ ਉੱਤੇ, ਤੇ ਉੱਤੋਂ ਰੱਖਿਆ ਸਤਿਗੁਰਾਂ ਨੇ ਆਪਣਾ ਪਵਿੱਤਰ ਹੱਥ। ਫਿਰ ਕਿੰਨੀ ਸ਼ਕਤੀ ਉਹਦੇ ਅੰਦਰ ਪ੍ਰਵਾਹ ਕਰ ਗਈ ਹੋਣੀ ਹੈ ਸਤਿਗੁਰ ਦੀ। ਕਹੋ ਸਤਨਾਮ। ਉਹ ਸੈਦ ਖਾਨ ਤਾਂ ਬਖਸ਼ਾਂ ਲੈ ਗਿਆ। ਇਸ ਤਰ੍ਹਾਂ ਗੁਰੂ ਪਿਆਰਿਓ, ਜਦੋਂ ਹੀ ਕਿਰਪਾ ਦ੍ਰਿਸ਼ਟੀ ਕਰਕੇ ਸਿਰ ਤੇ ਹੱਥ ਰੱਖਾ, ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ। ਜਨਮਾਂ ਜਨਮਾਂਤਰਾਂ ਦੇ ਸਾਰੇ ਪਾਪ ਹੀ ਖਤਮ ਕਰਤੇ। ਤਤਸ਼ਿਨ ਸੇਵਕ ਕੀਨ ਸਨਾਥਾ। ਸੈਦ ਖਾਨ ਨੂੰ ਸਨਾਥ ਭਾਵ ਮਾਲਕ ਵਾਲਾ, ਗੁਰੂ ਵਾਲਾ ਬਣਾ ਦਿੱਤਾ ਹੈ। ਔਰ ਇੱਥੇ ਦੱਸਦੇ ਹੈ ਕਿ ਸੈਦ ਖਾਨ ਸਤਿਗੁਰ ਦੇ ਚਰਨੀ ਪੈ ਗਿਆ। ਸਤਿਗੁਰ ਵੀ ਘੋੜੇ ਤੋਂ ਉਤਰੇ, ਸੈਦ ਖਾਨ ਨਾਲ ਬੜਾ ਪਿਆਰ ਕੀਤਾ। ਫਿਰ ਤਾਂ ਹੱਥ 'ਚ ਹੱਥ ਫੜ ਲਿਆ। ਫਿਰ ਕਿਹਨੇ ਲੜਨਾ ਸੀਗਾ? ਜਦ ਜਰਨੈਲ ਹੀ ਲੜਨੋਂ ਰੁਕ ਗਿਆ, ਤੇ ਪਠਾਨ ਫਿਰ ਕਿੱਥੇ ਲੜਨ? ਉਹ ਵੀ ਖੜੇ ਨੇ ਸਾਰੇ। ਸਿੰਘ ਵੀ ਖੜ ਗਏ, ਸਿੰਘਾਂ ਦਾ ਜਰਨੈਲ ਗੁਰੂ ਗੋਬਿੰਦ ਸਿੰਘ ਵੀ ਲੜਨ ਤੋਂ ਰੁਕ ਗਿਆ। ਫੌਜਾਂ ਖੜ ਗਈਆਂ।
फिर कहते इस ते बड़ी किरपा की ते इस नूं ओ मस्ती दे दित्ती जिन्हों दुनिया लभदी फिरदी आ। कहो सतनाम। जिहड़ी योग साधना नाल ना किसी नूं मिले, जिन्हों तीर्थां दी यात्रा करके ना मिले, ਵੱਡੇ ਵੱਡੇ ਜੋਗੀਆਂ ਨੂੰ ਨਾ ਮਿਲੇ, एक छिण विच गुरु ने वो दात बख्श दी। तो इत्थों ही कहते सैयद खान जिहड़ा है अपने परिवार नूं भी त्याग गया, ते औखड़ी फौज नूं भी त्याग गया, ते जरनैली भी त्यागती, नौकरी भी त्याग दी और परमेश्वर विच डुब गया जी। और गुरु दे हथ विच हथ फड़िया है ते कहने परां नूं चले गए जंगल वाल नूं। ते इस तरह कहने जिहड़ा सीगा ना सैयद खान उत्थे खड़ा घोड़ा छड्ड गया, उत्थे खड़ी फौज छड्ड गया ते जंगल दे विच तुर गया फकीर बन के। कोई जंग नहीं करनी, कोई लड़ाई नहीं करनी, फौज भी मोड़ दी है, आप भी जंगलों नूं निकल गया है। बस गुरु दे आनंद नूं अपनियां अखां विच लुको के तुर गया। ये वस्तु जो मिलती है ना किसी नूं वड्डे भागां नाल मिलती है, पर मिलती किसी किसी नूं है। याद रखियो जे किते मिल जे तां संभाल लियो। को सतनाम। किसी किसी ते कृपा हुंदी है ये, और अज भी गुरु साहब कृपा कर रहे हैं। तो जदों किते दात मिल जे ना, फिर सैयद खान वांगू अपनी अखां दे विच लुको लियो, नप लियो, उहनूं कढियो ना बाहर। कहो सतनाम। धन गुरु हरगोबिंद साहब महाराज जी गए, एक सिख याद कर रहा, अखां तो मुनाखा दिसदा नहीं, पर बेनतियां करदा पातशाह दर्शन दिओ। ये नहीं वेखदा कि मेरियां अखां वेखण जोग नहीं, मैं देखूँ किवें जे आ गए तां। बेनतियां रोज़ करदा दर्शन दिओ, ते छेवें पातशाह जी दे कोले पहुँच जाते हैं। सिख कहते आ ला भी सिखा गुरु साहब आ गए, दर्शन कर लै। कहते कित्थे आ? पातशाह कहने आ खड़े आ। महाराज दिसदे नहीं, दिसदा नहीं, इधर झाक। जब झाकन लगे तो गुरु ने कृपा की, अखां खोलतियां, देख दर्शन कर मेरे, हुण कर खुज के। आही चाहुंदा सीगा दर्शन करने, नेत्र खोल दिते उहदे, भाव अखां देखण लग पईयां, खुले दर्शन किए, सेवावां भी कीतियां गुरु कीआं सिखां दियां। और काफ़ी समा सतगुरु खुले दर्शन दे के तुरन लगे। चंगा सिखा चलते हैं, कहने महाराज एक काम होर कर जो। कहते हुण ओह की रह गया? कहने महाराज जिमें मेरिया अखां पहला सी उवें कर दिओ। बाबा जी कहने मैं दे के लैंदा नहीं हुंदा। कोई सतनाम। देंदा दे, लैंदे थक पाए, मैं दे के लैंदा नहीं हुंदा। कहने नहीं महाराज, इन्हां अखां नाल जन्म तो मैं देखदा नहीं सीगा, बचपन तो ही इदां सीगा बच्चा। ये एडा वड्डा सिख हो गया, पर अंदर इच्छा जागी दर्शनां दी, गुरु करे तां की नहीं कर सकदा। हुण ओह कहंदा जी मैं पहला किसी नूं देखिया नहीं गा, अज सोनू देखिया, सोडे जाण तो बाद होर कुछ देखना नहीं। अखां पहलां दी तरह बंद कर दिओ, बस तुहाडे मैं स्वरूप नूं अंदर वसा लेना। बाबा जी कहते मैं फिर अखां बंद नहीं करदा हुण तेरियां। कोई सतनाम। महाराज क्यों नहीं करदे? मैं इन्हां अखां नाल तुहाडे तो बगैर होर कुछ वेखना नहीं चाहुंदा। कहंदे तैनूं हर थां ते मैं ही दिसूंगा, मैं ये कर सकदा। कोई सतनाम। तू जिधर मर्जी देखी तैनूं मेरे दर्शन होया करनगे, तैनूं होर कोई दिसना ही नहींगा। एक होर बख्शिश कर दी, हुण बार बार दर्शन होणगे तो सिख किड्डा वड्डे भागां वाला सुभागा होवेगा। मेरे प्रीतम जी ने कृपा दृष्टि की है इस दे उपर, और ये छड्ड के फौजां जरनैलियां घोड़ा भी उत्थे छड्ड दिता है, ते नंगे पैरी जिहड़ा है तुर गया जंगलां नूं। धन है गुरु गोबिंद सिंह जिन्हां ने सिर ते हथ रख के उहदी दिव्य दृष्टि खोल दी, जिसनों तुरंत ही पता लग गया संसार तो झूठा है, संसार तो खत्म होने वाला है, ये तो खत्म ही है। ये सुपना आ रहा सीगा, बाबे ने उन्होंने जगाता, वह सुपना ही टुट गया। कहते हैं संसार तो है ही नहीं गा। खो सतनाम। आप सुपने च वेख रहे हैं, तुसी मेरे सामने बैठे हो, मैं पढ़ रहा, ये अपना भी सुपना ही चल रहा है एक, पर गुरु साहब की कृपा चलो कदे न कदे अपनी भी अख खुल जाएगी। इस तरह तो गुरु साहब ने सिर ते हथ रखिया, उहदी अज्ञानता की नींद खोल दी है। तो जदों ही नींद खुली, दुनिया खत्म, दिसदी नहीं, दुनिया है ही नहीं, जगत असार, संसार नूं झूठा जान के भाव
ਖਤਮ ਜਾਣ ਕੇ ਸੱਚੀ ਆਤਮਾ ਨੂੰ ਜਾਣ ਕੇ ਸਾਰ ਤੱਤ ਨੂੰ ਪਛਾਣ ਲਿਆ, ਮੈਂ ਕੌਣ ਆ, ਪਤਾ ਲੱਗ ਗਿਆ ਮੈਂ ਇਸੇ ਘਰ ਦਾ ਪਹਿਲਾਂ ਇੱਕ ਸੇਵਕ ਸੀਗਾ, ਔਰ ਅੱਜ ਦੁਬਾਰੇ ਗੁਰੂ ਨੇ ਫਿਰ ਆਪਦਾ ਬਣਾ ਲਿਆ। ਇਹ ਜਾਣ ਕੇ ਸਾਰ ਤੱਤ ਨਿਚੋੜ ਨੂੰ ਜਾਣ ਕੇ ਨਿਕਲ ਗਿਆ, ਸਭ ਕੁਝ ਛੱਡ ਗਿਆ। ਦੋਬਦਾ ਮਿਟੀ ਗਿਆਨ ਕਉ ਪਾਇਓ, ਰਾਗ ਦਵੈ ਮਨ ਮੂਲ ਮਟਾਇਓ। ਹਿਰਦੇ ਵਿੱਚੋਂ ਦੁਬਦਾ ਨਿਕਲ ਗਈ ਹੈ। ਉਹ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਫੜਨ ਆਇਆ ਸੀ ਉਹ ਆਪ ਹੀ ਫੜਿਆ ਗਿਆ। ਕਹੋ ਸਤਨਾਮ। ਬੁੱਲੇ ਸ਼ਾਹ ਕਹਿੰਦਾ ਫੜਦਾ ਫਿਰੇ, ਆਕਾਸ਼ ਦੇ ਜਾਨਵਰਾਂ ਨੂੰ ਕਦੇ ਆਪਣੇ ਆਪ ਨੂੰ ਫੜਿਆ ਹੀ ਨਹੀਂ। ਅੱਜ ਉਹ ਬੁੱਲੇ ਸ਼ਾਹ ਦੇ ਕਹਿਣ ਮੁਤਾਬਕ ਸੈਦ ਖਾਨ ਫੜਿਆ ਗਿਆ। ਗੁਰੂ ਸਾਹਿਬ ਨੇ ਫੜ ਲਿਆ, ਉਹਦੀ ਬਾਂਹ ਫੜ ਲਈ। ਨੌਵੇਂ ਪਾਤਸ਼ਾਹ ਦੇ ਬਚਨਾਂ ਮੁਤਾਬਕ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੇ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਏ। ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋੜੀਐ। ਤੇਗ ਬਹਾਦਰ ਬੋਲਿਆ ਧਰ ਪਈਐ, ਧਰਮ ਨਾ ਛੋੜੀਐ। ਤੂੰ ਕਿੱਦੇ ਨਾ ਇਹ ਚਾਹੁੰਦਾ ਸੀ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ, ਪਰ ਅੱਜ ਦਰਸ਼ਨ ਹੋਏ ਤੇ ਗੁਰੂ ਦਾ ਹੀ ਅੰਸ਼ ਹੋ ਗਿਆ। ਭੁੱਲ ਗਿਆ ਆਪਣੇ ਆਪ ਨੂੰ। ਤੂੰ ਕਰਤੇ ਤੂੰ ਪਿਆ, ਮੁਝ ਮੇ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਾਂ ਤੂੰ ਐਸੀ ਅਵਸਥਾ ਲੈ ਗਿਆ ਹੈ ਜੀ। ਨਾਨਾ ਪੀਰ ਸਰਬ ਨਿਰਵਾਰੀ, ਹੀਰ ਹੋਈ ਤ ਬ੍ਰਹਮ ਵਿਸਤਾਰੀ। ਹਰਗੋਬਿੰਦ ਜੀ ਸਾਹਿਬ ਜੀ ਦੇ ਕਹਿਣ ਵਾਂਗੂ ਚਾਰੇ ਪਾਸੇ ਬ੍ਰਹਮ ਦਿਖਾਈ ਦੇ ਰਿਹਾ ਹੈ। ਉਹ ਸਿੱਖ ਨੂੰ ਜਿਹਦੀਆਂ ਅੱਖਾਂ ਦਿੱਤੀਆਂ ਸੀਗੀਆਂ ਉਹਨੂੰ ਇਹ ਵੀ ਦੇਤਾ ਕਿ ਸਾਰੇ ਪਾਸੇ ਬ੍ਰਹਮ ਦਿਖਾਈ ਦੇਊਗਾ। ਇਹੀ ਅੱਖ ਭਾਈ ਕਨਈਏ ਦੀ ਖੁੱਲੀ ਆ ਤੇ ਉਹਨੂੰ ਦੁਸ਼ਮਣ ਵਿੱਚ ਵੀ ਗੁਰੂ ਸਾਹਿਬ ਦਿਖਾਈ ਦਿੰਦੇ ਆ। ਕਹੋ ਸਤਨਾਮ। ਇਸੇ ਤਰ੍ਹਾਂ ਹੀ ਕਹਿੰਦੇ ਨਾ ਭੇਦ ਸਭ ਖਤਮ ਕਰ ਦਿੱਤੇ। ਫਰਕ ਆ ਫਲਾਨਾ ਆ ਧਿਉਂਕਾ ਏ, ਛੋਟਾ ਏ, ਵੱਡਾ, ਇਹ ਸਾਰੇ ਫਰਕ ਨਿਕਲ ਗਏ। ਹਰ ਥਾਂ ਤੇ ਬ੍ਰਹਮ ਦਿਖਾਈ ਦੇਣ ਲੱਗਿਆ ਜੀ। ਜਿਵੇਂ ਕੋਠੇ ਦੇ ਵਿੱਚ ਮੋਮਬੱਤੀ ਜਗਾ ਦਈਏ, ਦੀਵਾ ਜਗਾ ਦਈਏ ਤੇ ਹਨੇਰਾ ਭੱਜਦੇ ਦਾ ਪਤਾ ਨਹੀਂ ਲੱਗਦਾ। ਕੋਠੇ ਨੇ ਆਪੇ ਹੀ ਹਨੇਰਾ ਕੀਤਾ ਹੋਇਆ ਸੀ, ਬੰਦੇ ਨੇ ਆਪੇ ਹੀ ਅਗਿਆਨਤਾ ਪੈਦਾ ਕੀਤੀ ਆ। ਕਹੋ ਸਤਨਾਮ। ਕੋਠੇ ਨੇ ਆਪੇ ਹਨੇਰਾ ਕੀਤਾ ਨਾ, ਕੋਠੇ ਦੀਆਂ ਕੰਧਾਂ ਨੇ ਹਨੇਰਾ ਕੀਤਾ ਹੋਇਆ ਨਾ। ਅੰਦਰ ਬਾਹਰ ਤਾਂ ਚਾਨਣ ਹੁੰਦਾ, ਸੂਰਜ ਚੜਿਆ ਹੁੰਦਾ, ਤੇ ਜੇ ਕੋਠਾ ਆਪਣੀਆਂ ਕੰਧਾਂ ਢਾ ਦੇਵੇ ਤੇ ਸਾਰੇ ਪਾਸੇ ਚਾਨਣੀ ਚਾਨਣ ਹੋ ਜਾਵੇ। ਬੰਦੇ ਨੇ ਆਪ ਕੰਧਾਂ ਖੜੀਆਂ ਕੀਤੀਆਂ, ਦੂਈ ਦਵੈਤ ਦੀਆਂ, ਕਾਮ ਕ੍ਰੋਧ ਦੀਆਂ, ਲੋਭ ਮੋਹ ਹੰਕਾਰ ਦੀਆਂ, ਈਰਖਾ ਦੀਆਂ, ਚੁਗਲੀ ਨਿੰਦਿਆ ਦੀਆਂ, ਸਾੜੇ ਦੀਆਂ। ਇਹ ਬੰਦੇ ਨੇ ਕੰਧਾਂ ਖੜੀਆਂ ਕੀਤੀਆਂ ਤੇ ਬੰਦਾ ਹੀ ਅਗਿਆਨਤਾ ਦੇ ਹਨੇਰੇ ਵਿੱਚ ਫਸ ਗਿਆ। ਤੇ ਗੁਰੂ ਨੇ ਆ ਕੇ ਇੱਕ ਦੀਵਾ ਜਗਾਇਆ, ਇੱਕ ਬੱਤੀ ਲਾਈ, ਔਰ ਅੰਦਰ ਜਿਹੜਾ ਸੀਗਾ ਹਨੇਰਾ ਉਹ ਭੱਜ ਗਿਆ, ਚਾਨਣ ਹੋ ਗਿਆ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਜਾ ਰਹੇ ਨੇ, ਚਲਦੇ ਚਲਦੇ ਰਸਤੇ ਵਿੱਚ ਇੱਕ ਵਪਾਰੀ ਟੱਕਰਿਆ, ਮੋਢੇ ਦੇ ਉੱਤੇ ਇੱਕ ਗਠੜੀ ਮਾਰੀ ਹੋਈ ਆ। ਬਾਬਾ ਜੀ ਰੋਕ ਲਿਆ, ਕਹਿੰਦੇ ਉਹ ਸਿੱਖਾ ਕੀ ਲਈ ਜਾਣਾ? ਕਹਿੰਦਾ ਜੀ ਕੁਛ ਨਹੀਂ ਆ, ਨੂਨ ਤੇਲ ਵੇਚਦੇ ਫਿਰਦੇ ਆ। ਅੱਛਾ ਵਿਖਾ ਤਾਂ ਕੀ ਆ ਤੇਰੇ ਕੋਲੇ? ਇਹ ਸਾਧੂ ਐਂ ਬੋਲਦੇ ਹੁੰਦੇ, ਤੁਸੀਂ ਕਦੇ ਬੋਲੀ ਭੁੱਖੜਦਾਰ ਦੀ ਸੁਣੀ ਹੋਣੀ, ਉਹ ਵੀ ਇੱਦਾਂ ਹੀ ਬੋਲਿਆ ਕਰਦਾ ਸੀ ਬੜੇ ਪਿਆਰ ਦੇ ਨਾਲ। ਰੱਖ ਲਈ ਗਠੜੀ, ਪੱਲੇ ਅੱਡੋ ਅੱਡ ਕੀਤੇ, ਕਹਿੰਦੇ ਜੀ ਆ ਸਮਾਨ ਆ। ਅੱਛਾ ਆ ਕੀ ਆ ਭਾਈ? ਇਹ ਜੀ ਬੱਟੇ ਆ। ਅੱਛਾ ਆਹ ਬੱਟਾ ਕਿੰਨਾ? ਇਹ ਜੀ 5 ਸੇਰ ਆ। ਬੱਲੇ ਬੱਲੇ, ਇਹ ਤਾਂ ਬਹੁਤ ਵੱਡਾ, 5 ਸੇਰ ਦਾ। ਤੇ ਆਹ ਇਹ ਜੀ 2 ਸੇਰ ਦਾ। ਅੱਛਾ ਇਹ ਵੀ ਬਹੁਤ ਵੱਡਾ। ਤੇ ਆਹ ਇਹ ਜੀ 1 ਸੇਰ ਦਾ। ਕਹਿੰਦੇ ਠੀਕ ਹੈ, ਇਹ ਵੀ ਵੱਡਾ। ਤੇ ਆਹ ਨਿੱਕਾ ਜਿਹਾ, ਇਹ ਕਹਿੰਦਾ ਜੀ ਪਾਈਆ। ਕਹਿੰਦੇ ਆ ਇਹ ਚੰਗਾ, ਪਾਈਆ ਪਾਈਆ ਪਾਈਆ। 13 ਦਾ ਵੀ ਅਰਥ ਕੋਈ ਹੋਰ ਹੈ, ਏਕਾ ਤੀਆ 13 ਨਹੀਂ ਹੈਗਾ। 13 ਦਾ ਅਰਥ ਹੈ ਤੇਰਾ, ਹੈ ਸਭ ਤੇਰਾ ਹੀ ਆ, ਲੈ ਜਾ, ਤੇਰਾ ਹੀ ਆ। ਉਹ ਜਦੋਂ ਕਿਤੇ ਚਾਦਰ ਦੀਆਂ ਪੱਲੇ ਛੋਟੇ ਰਹਿ ਜਾਂਦੇ ਤੇ ਉਹ ਆਪ ਕਹਿੰਦਾ, ਗਾਹਕ ਕਹਿੰਦੇ ਬਸ ਕਰੋ ਜੀ ਹੁਣ ਨਹੀਂ ਪੈਂਦਾ। ਕਹਿੰਦੇ ਲੈ ਜਾ, ਤੇਰਾ ਹੀ ਆ। ਕਹੋ ਸਤਨਾਮ। 13 ਉਹ ਲੈ ਕੇ ਨਿੱਕਾ ਜਿਹਾ ਵੱਟਾ ਹੱਥ ਵਿੱਚ, ਕਹਿੰਦੇ ਪਾਈ ਆ ਪਾਈਆ 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 ਕਰਦਿਆਂ ਉਹ ਦੁਕਾਨਦਾਰ 'ਤੇ ਐਸੀ ਕਿਰਪਾ ਕੀਤੀ, ਉਹਦੀ ਨਿਗਾਹ ਹੀ ਬਦਲ ਦਿੱਤੀ ਜਿਵੇਂ ਸੈਦ ਖਾਨ ਦੀ ਬਦਲਤੀ। ਕਹੋ ਸਤਨਾਮ। ਸੈਦ ਖਾਨ ਨੂੰ ਸੰਸਾਰ ਝੂਠਾ ਸਭ ਦਿਸਣ ਲੱਗਿਆ। ਗੱਲਾਂ ਬਾਤਾਂ ਹੋਈਆਂ, ਬ੍ਰਹਮ ਗਿਆਨ ਦੇਤਾ ਜਾਂਦੇ ਜਾਂਦੇ ਹੀ। ਚੰਗਾ ਫਿਰ ਜਾ ਭਾਈ ਸਿੱਖਾ, ਨਾਮ ਜਪਿਆ ਕਰ। ਗੁਪਤੋ ਗੁਪਤੀ ਕਿਰਪਾ ਕਰਤੀ, ਘਰੇ ਭੇਜਤਾ। ਭਾਈ ਬਾਲਾ ਜੀ ਪੁੱਛਦੇ ਆ, ਮਹਾਰਾਜ ਕਮਾਲ ਕਰਤੀ, ਨਾ ਹੀ ਤਾਂ ਕੋਈ ਸੇਵਾ ਕਰਾਈ, ਨਾ ਹੀ ਤਾਂ ਕੋਈ ਸਿਮਰਨ ਕਰਵਾਇਆ, ਤੁਸੀਂ ਜਾਂਦੇ ਜਾਂਦੇ ਇਸ ਨੂੰ ਗਿਆਨ ਦੇਤਾ, ਬ੍ਰਹਮ ਗਿਆਨ ਦੇਤਾ। ਉਹ ਕਹਿੰਦੇ ਬਾਲਿਆ ਕੋਈ ਅੱਜ ਦਾ ਥੋੜ੍ਹਾ ਹੀ ਆ, ਇਹ ਜੁੱਗਾਂ ਤੋਂ ਮੈਨੂੰ ਲੱਭਦਾ ਫਿਰਦਾ ਤੇ ਮੈਂ ਇਹਨੂੰ ਲੱਭਦਾ ਫਿਰਦਾ ਸੀ, ਅੱਜ ਰਾਹ 'ਚ ਹੀ ਲੱਭ ਗਿਆ। ਕਹੋ ਸਤਨਾਮ।
ਬਸ ਆਪਾਂ ਤਾਂ ਸੀਖ ਲਾਉਣੀ ਸੀ, ਦੀਵਾ ਤਿਆਰ ਸੀਗਾ, ਬੱਤੀ ਪਾਈ ਹੋਈ ਸੀ, ਤੇਲ ਪਾਇਆ ਸੀ, ਆਪਾਂ ਤਾਂ ਜਗਾਉਣਾ ਸੀਗਾ, ਆਪਾਂ ਤਾਂ ਸੀਖ ਲਾਈ ਤੇ ਜਗ ਪਿਆ। ਹੁਣ ਆਨੰਦ ਮਾਣੂਗਾ, ਇਹ ਮੇਰਾ ਬੜੇ ਯੁੱਗਾਂ ਤੋਂ ਲੱਭਦਾ ਫਿਰਦਾ ਸਿੱਖ ਸੀ। ਕਹੋ ਸਤਨਾਮ। ਇਹਦੀ ਭਗਤੀ ਪੂਰੀ ਹੋ ਚੁੱਕੀ ਸੀ, ਇਹਨੇ ਭਗਤੀ ਬਹੁਤ ਕੀਤੀ ਆ। ਇਉਂ ਕਹਿੰਦੇ ਪ੍ਰੀਤਮ ਅੱਗੇ ਟੱਪ ਗਏ। ਅਨਹੰਤਾ ਮੈਂ ਬਿਰਤੀ ਨਾ ਆਈ, ਬ੍ਰਹਮੰਡਮ ਕੀ ਦੇਵ ਲਾਈ। ਅਹੰ ਬ੍ਰਹਮੇ ਅੰਸਮੀ, ਇਹ ਗਿਆਨ ਹੋ ਗਿਆ ਕਿ ਮੈਂ ਤਾਂ ਪਰਮੇਸ਼ਰ ਦੀ ਅੰਸ਼ ਹਾਂ। ਨਾ ਮੈਂ ਕੋਈ ਸੈਦ ਖਾਣਾ, ਨਾ ਕੋਈ ਮੈਂ ਮੁਸਲਮਾਨ ਹਾਂ, ਨਾ ਕੋਈ ਮੈਂ ਜਰਨੈਲ ਹਾਂ, ਨਾ ਮੈਂ ਕੁਝ ਹੋਰ ਹਾਂ। ਮੈਂ ਤਾਂ ਪਰਮੇਸ਼ਰ ਦੀ ਅੰਸ਼ ਹਾਂ। ਇਹ ਗਿਆਨ ਹੋ ਗਿਆ ਹੈ। ਪਰ ਇਹ ਉਹ ਮੈਂ ਨਹੀਂ ਜਿਹੜੀ ਕਹਿੰਦੇ ਸੀ ਮੈਂ ਫਲਾਨਾ ਸੀ, ਉਹ ਮੈਂ ਸੈਦ ਖਾਨ ਜਾਂਦੇ ਹੀ ਗੁਰੂ ਨੂੰ ਫੜ ਲਿਆਵਾਂਗਾ, ਉਹ ਮੈਂ ਨਹੀਂ। ਇਹ ਮੈਂ ਸ਼ੁੱਧ ਹੈ, ਮੈਂ ਪਰਮੇਸ਼ਰ ਦੀ ਅੰਸ਼ ਹਾਂ। ਇਸ ਤਰ੍ਹਾਂ ਜਿੱਧਰ ਨੂੰ ਇਹਦਾ ਮੂੰਹ ਹੋ ਗਿਆ ਉਧਰ ਨੂੰ ਚਲਿਆ ਗਿਆ। ਕਿੱਧਰ ਨੂੰ ਚਲਿਆ ਗਿਆ ਤੇ ਗੁਰੂ ਸਾਹਿਬ ਫਿਰ ਕੀ ਕਰਦੇ ਆ, ਇਹ ਵਿਚਾਰਾ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਿਓ। ਕਥਾ ਸਮਾਂ 5 ਤੋਂ 6 ਵਜੇ ਤੱਕ ਦਾ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ। ਸਮਾਪਤੀ ਕਰੀਏ ਜੀ। हे अच्युत हे पार ब्रह्म अविनाशी अगनाश, हे पूरन हे सर्व हे संगी हे निरंकार हे निर्गुण सब, हे गोबिंद हे गुण निधान, हे अपरंपर हर हरे है वियोवन, हे संत कै सदा संग, हे ठाकुर हों दासरो मैं निर्गुण, नानक दीजै नाम दान, आए प्रभ शरणागति, एक अखर हर मन बसत, एक ओंकारा सतगुरु, वाहिगुरु जी की फतेह है, वाहिगुरु जी की फतेह है। वाहिगुरु जी का खालसा, वाहिगुरु जी की फतेह।